ਕ੍ਰਿਸ਼ਨ ਚੰਦਰ ਦਾ ਲਿਖਿਆ ਤੇ ਧਰਮਿੰਦਰ ਸ਼ਾਹਿਦ ਦਾ ਅਨੁਵਾਦ ਕੀਤਾ ਨੋਵਲ ਹੈ ਇੱਕ ਔਰਤ ਹਜ਼ਾਰ ਦੀਵਾਨੀ। ਅਧਿਆਇ ਪਹਿਲਾ। ਸਟੇਸ਼ਨ ਮਾਸਟਰ ਦੇ ਕਮਰੇ 'ਚ ਹੰਗਾਮਾ ਮਚਿਆ ਹੋਇਆ ਸੀ। ਕੁਲੀ ਕਲਿਆਣ ਦੀ ਗੱਡੀ ਫੜਨ ਵਾਲੇ ਮੁਸਾਫਿਰ, ਟਿਕਟ ਚੈੱਕਰ, ਸਟੇਸ਼ਨ ਦੇ ਬਾਹਰ ਫਲ ਵੇਚਣ ਵਾਲਾ ਮਾਧੋ, ਯਾਰਡ ਸੰਤਰੀ, ਝਾੜੂ ਫੇਰਨ ਵਾਲਾ ਸਭ ਮੌਜੂਦ ਸਨ ਤੇ ਲਾਚੀ ਵੱਲ ਵੇਖ ਕੇ ਹੱਸ ਰਹੇ ਸਨ। ਲਾਚੀ ਸਭ ਤੋਂ ਅਲੱਗ ਥਲੱਗ ਸਟੇਸ਼ਨ ਮਾਸਟਰ ਦੀ ਮੇਜ਼ ਦੇ ਸਾਹਮਣੇ ਬੜੀ ਬੇਸ਼ਰਮੀ ਤੇ ਬੇਹਿਆਈ ਨਾਲ ਖੜੀ ਸੀ। ਉਹਦੇ ਚਿਹਰੇ ਤੇ ਅਜਿਹਾ ਗੁੱਸਾ ਸੀ ਜਿਵੇਂ ਉਹ ਸਭ ਨੂੰ ਕੱਚਾ ਖਾ ਜਾਏਗੀ, ਪਰ ਇਸ ਵਕਤ ਉਹ ਦੁਸ਼ਮਣਾਂ ਦੇ ਘੇਰੇ 'ਚ ਲਾਚਾਰ ਖੜੀ ਸੀ। ਸਟੇਸ਼ਨ ਦੇ ਲੋਕ ਜੋ ਉਹਨੂੰ ਵੇਖ-ਵੇਖ ਹੱਸ ਰਹੇ ਸਨ ਤੇ ਇੱਕ ਦੂਜੇ ਨੂੰ ਇਸ਼ਾਰਿਆਂ 'ਚ ਕੁਝ ਸਮਝਾ ਰਹੇ ਸਨ। ਪਹਿਲ ਯਾਰਡ ਸੰਤਰੀ ਜਦੋਂ ਲਾਚੀ ਨੂੰ ਲੈ ਸਟੇਸ਼ਨ ਮਾਸਟਰ ਦੇ ਕਮਰੇ 'ਚ ਦਾਖਲ ਹੋਇਆ ਤਾਂ ਉਹਨੇ ਲਾਚੀ ਦਾ ਹੱਥ ਮਜ਼ਬੂਤੀ ਨਾਲ ਫੜਿਆ ਹੋਇਆ ਸੀ, ਪਰ ਸਟੇਸ਼ਨ ਮਾਸਟਰ ਦੇ ਸਾਹਮਣੇ ਹੁੰਦਿਆਂ ਹੀ ਲਾਚੀ ਨੇ ਜ਼ੋਰ ਨਾਲ ਉਹਦਾ ਹੱਥ ਝਟਕ ਦਿੱਤਾ ਤੇ ਆਪਣੇ ਦੋਵੇਂ ਹੱਥ ਕੂਲਿਆਂ ਤੇ ਰੱਖ ਬੜੀ ਬੇਗੈਰਤੀ ਨਾਲ ਖੜੀ ਹੋ ਗਈ। ਰਸਿਕ ਲਾਲ ਸਟੇਸ਼ਨ ਮਾਸਟਰ ਨੂੰ ਕਿਸੇ ਤਰ੍ਹਾਂ ਦਾ ਸ਼ੋਰ ਸ਼ਰਾਬਾ ਕਤਈ ਪਸੰਦ ਨਹੀਂ ਸੀ। ਉਹ ਬੀਵੀ ਬੱਚਿਆਂ ਵਾਲਾ ਅਮਨ ਪਸੰਦ ਗੁਜਰਾਤੀ ਸੀ। ਉਹਨੂੰ ਰੇਲਵੇ ਦੀ ਨੌਕਰੀ ਕਰਦਿਆਂ 25 ਸਾਲ ਹੋ ਗਏ ਸਨ। ਉਹਦਾ ਵੱਡਾ ਲੜਕਾ ਰੇਲਵੇ 'ਚ ਟਿਕਟ ਚੈਕਰ ਹੋਣ ਵਾਲਾ ਸੀ। ਉਹਦੀ ਛੋਟੀ ਲੜਕੀ ਵਿਮਲਾ ਹੁਣ ਕਾਲਜ 'ਚ ਪੜ੍ਹਦੀ ਸੀ, ਜਿਸ ਲਈ ਉਹਨੂੰ ਵਾਰ ਟੋਲਣ 'ਚ ਬੜੀ ਪਰੇਸ਼ਾਨੀ ਹੋ ਰਹੀ ਸੀ। ਉੱਪਰੋਂ ਉਸ ਉੱਪਰ ਸਟੇਸ਼ਨ ਦੇ ਕੰਮ ਨੂੰ ਖੁਸ਼ੀ ਤੇ ਅਮਨ ਪਸੰਦੀ ਨਾਲ ਚਲਾਉਣ ਦੀ ਜ਼ਿੰਮੇਵਾਰੀ ਵੀ ਸੀ ਤੇ ਅਜੇ ਉਹ ਗੰਗਾਦੀਨ ਘਾਹ ਵਾਲੇ ਨਾਲ ਸਟੇਸ਼ਨ ਵੈਗਨਾਂ ਦਾ ਮਾਮਲਾ ਤੈਅ ਕਰ ਰਿਹਾ ਸੀ, ਜਿਸ ਤੋਂ ਉਹਨੂੰ 500 ਰੁਪਏ ਦੇ ਕਰੀਬ ਮਿਲਣ ਦੀ ਉਮੀਦ ਸੀ ਕਿ ਵਿੱਚ ਇਹ ਹੰਗਾਮਾ ਟਪਕ ਪਿਆ। ਰਸਿਕ ਲਾਲ ਨੇ ਆਪਣੇ ਪਤਲੇ ਤੇ ਕਮਜ਼ੋਰ ਚਿਹਰੇ ਦੀ ਠੋਡੀ ਤੇ ਖਾਜ ਕਰਦਿਆਂ ਭਰਵੇਂ ਜੁੱਸੇ ਵਾਲੀ ਲਾਚੀ ਨੂੰ ਵੇਖਿਆ ਤੇ ਫਿਰ ਯਾਰਡ ਸੰਤਰੀ ਨੂੰ। ਉਹਦੇ ਮੱਥੇ ਤੇ ਤਿਉੜੀਆਂ ਪੈ ਗਈਆਂ। ਉਹ ਤਲਖ ਲਹਿਜੇ 'ਚ ਬੋਲਿਆ, ਕੀ ਹੈ? ਯਾਰਡ ਸੰਤਰੀ ਨੇ ਲਾਚੀ ਨੂੰ ਹੱਥ ਲਾਉਂਦਿਆਂ ਕਿਹਾ, ਇਸਨੇ ਯਾਰਡ 'ਚੋਂ ਕੋਲਾ ਚੋਰੀ ਕੀਤਾ ਹੈ। ਲਾਚੀ ਨੇ ਉਹਦਾ ਹੱਥ ਝਟਕ ਕੇ ਕਿਹਾ, ਮੈਨੂੰ ਹੱਥ ਨਾ ਲਾ, ਦੂਰ ਤੋਂ ਗੱਲ ਕਰ। ਭੀੜ ਵਿੱਚ ਹਾਸੇ ਦੀ ਇੱਕ ਲਹਿਰ ਜਿਹੀ ਦੌੜ ਗਈ। ਮਾਧੋ ਫਲਾਂ ਵਾਲਾ ਖੁਸ਼ੀ ਨਾਲ ਚੀਕ ਕੇ ਬੋਲਿਆ, ਓਏ ਵੱਢ ਲਏਗੀ ਸੰਤਰੀਆ, ਭੇਡਾਂ ਦੀ ਰਾਣੀ ਹੈ। ਤੂੰ ਚੁੱਪ ਰਿਹਾ ਕੱਚਿਆ ਪਪੀਤਿਆ। ਲਾਚੀ ਮਾਧੋ ਵੱਲ ਵੇਖ ਕੇ ਬੋਲੀ। ਮਾਧੋ ਫਲਾਂ ਵਾਲਾ ਦਰਮਿਆਨੇ ਕੱਦ ਦਾ ਭਰਵੇਂ ਜੁੱਸੇ ਵਾਲਾ ਸੀ। ਉਹ ਆਪਣੇ ਲੱਕ ਨਾਲ ਸਿਰਫ ਇੱਕ ਮੈਲੀ ਕੁਚੈਲੀ ਜੀ ਧੋਤੀ ਬੰਨ ਕੇ ਰੱਖਦਾ ਸੀ। ਉਹ ਵੀ ਮੁਸ਼ਕਿਲ ਨਾਲ ਉਹਦੇ ਗੋਡਿਆਂ ਤੱਕ ਆਉਂਦੀ ਸੀ। ਗੋਡਿਆਂ ਤੋਂ ਹੇਠਾਂ ਤੇ ਧੜ ਤੋਂ ਉੱਪਰੋਂ ਉਹ ਬਿਲਕੁਲ ਨੰਗਾ ਹੀ ਰਹਿੰਦਾ ਸੀ। ਉਹਦਾ ਰੰਗ ਸਾਂਵਲਾ ਸੀ ਤੇ ਉਹਦੇ ਸਾਂਵਲੇ ਰੰਗ ਵਿੱਚ ਵੀ ਅਜਿਹੀ ਸੁਨਹਿਰੀ ਚਮਕ ਸੀ ਕਿ ਜਦ ਲਾਚੀ ਨੇ ਉਹਨੂੰ ਕੱਚਾ ਪਪੀਤਾ ਕਿਹਾ ਤਾਂ ਇਹ ਫੱਬਤੀ ਬਿਲਕੁਲ ਉੱਤੇ ਫਿੱਟ ਬੈਠ ਗਈ। ਭੀੜ 'ਚ ਹਾਸਾ ਛਿੜ ਗਿਆ। ਭੀੜ ਵੱਧਦੀ ਜਾ ਰਹੀ ਸੀ, ਇਸ ਲਈ ਸਟੇਸ਼ਨ ਮਾਸਟਰ ਨੇ ਜਲਦੀ ਲਾਚੀ ਨੂੰ ਪੁੱਛਿਆ, ਤੂੰ ਪਪੀਤਾ ਚੋਰੀ ਕੀਤਾ? ਪਪੀਤਾ ਨਹੀਂ, ਕੋਲਾ ਚੋਰੀ ਕੀਤਾ, ਲਾਚੀ ਬੇਝਿਜਕ ਬੋਲੀ ਤੇ ਸਟੇਸ਼ਨ ਮਾਸਟਰ ਵੱਲ ਉਂਗਲ ਕਰਦਿਆਂ ਭੀੜ ਵੱਲੋਂ ਤਵੱਜੋ ਚਾਹੁੰਦੀ ਜਿਵੇਂ ਕਹਿਣ ਲੱਗੀ, ਵੇਖ ਲਓ ਇੱਕ ਮੂਰਖ ਆ ਵੀ ਹੈ। ਰਸਿਕ ਲਾਲ ਨੇ ਘਬਰਾ ਕੇ ਕੋਲੇ ਦੀ ਥਾਂ ਪਪੀਤਾ ਕਹਿ ਤਾਂ ਦਿੱਤਾ ਸੀ, ਪਰ ਹੁਣ ਭੀੜ ਨੂੰ ਵੇਖਦਿਆਂ ਖੁਦ ਉਹਦਾ ਹਾਸਾ ਵੀ ਰੁਕ ਨਹੀਂ ਸੀ ਰਿਹਾ। ਗੁੱਸੇ ਨਾਲ ਭਰਿਆ ਯਾਰਡ ਸੰਤਰੀ ਵੀ ਹੱਸ ਪਿਆ। ਰਸਿਕ ਲਾਲ ਨੇ ਆਪਣੇ ਮੱਥੇ ਤੇ ਹੱਥ ਰੱਖ ਕੇ ਨਜ਼ਰਾਂ ਨੀਵੀਆਂ ਕਰ ਬਨਾਵਟੀ ਜੀ ਸੰਜੀਦਗੀ ਨਾਲ ਕਿਹਾ, ਜਾਣਦੇ ਹੋ ਯਾਰਡ ਸੰਤਰੀ, ਇਸ ਵਕਤ ਟਿਨ ਡਾਊਨ ਦੇ ਆਉਣ ਦਾ ਸਮਾਂ ਹੋ ਰਿਹਾ, ਤੁਸੀਂ ਇਹ ਝਗੜਾ ਲੈ ਕੇ ਆ ਗਏ। ਫਿਰ ਰਸਿਕ ਲਾਲ ਨੇ ਘਬਰਾ ਕੇ ਲਾਚੀ ਦੇ ਚਿਹਰੇ ਵੱਲ ਦੇਖਿਆ ਤੇ ਕਿਹਾ, ਜਾਓ, ਪਰ ਦੁਬਾਰਾ ਕਦੇ ਸਟੇਸ਼ਨ ਯਾਰਡ ਤੋਂ ਕੋਲਾ ਚੋਰੀ ਨਾ ਕਰੀ, ਨਹੀਂ ਤਾਂ ਜੇਲ੍ਹ ਭੇਜ ਦੇਵਾਂਗਾ। ਅੱਛਾ। ਲਾਚੀ ਨੇ ਸਟੇਸ਼ਨ ਮਾਸਟਰ ਦੀ ਮੇਜ਼ ਤੋਂ ਪਰੇ ਹਟਦਿਆਂ ਇਉਂ ਕਿਹਾ ਜਿਵੇਂ ਉਹ ਸਟੇਸ਼ਨ ਮਾਸਟਰ ਤੇ ਨਹੀਂ ਸਾਰੀ ਭੀੜ ਉੱਤੇ ਅਹਿਸਾਨ ਕਰ ਰਹੀ ਹੋਵੇ, ਤੇ ਨੀਲੀ ਛੀਂਟ ਵਾਲੇ ਫੁੱਲਦਾਰ ਘੱਗਰੇ ਨੂੰ ਝੁਲਾਉਂਦੀ ਹੋਈ ਨੰਗੇ ਪੈਰੀਂ ਕਮਰੇ ਤੋਂ ਬਾਹਰ ਨਿਕਲ ਗਈ। ਸਟੇਸ਼ਨ ਮਾਸਟਰ ਦੇ ਕਮਰੇ ਤੋਂ ਬਾਹਰ ਨਿਕਲ ਉਹ ਨੰਬਰ 1 ਪਲੇਟਫਾਰਮ ਤੇ ਆ ਗਈ। ਫਿਰ ਤੇਜ਼ ਕਦਮਾਂ ਨਾਲ ਬਾਹਰ ਦੇ ਗੇਟ ਵੱਲ ਜਾਣ ਲੱਗ ਪਈ। ਲੋਕ ਉਸ ਵੱਲ ਵੇਖਣ ਲੱਗ ਪਏ, ਕਿਉਂਕਿ ਲੋਕ ਅਕਸਰ ਇਸੇ ਤਰ੍ਹਾਂ ਦੇਖਦੇ ਸਨ, ਮਰਦ ਹਸਰਤ ਨਾਲ ਤੇ ਔਰਤਾਂ ਰਸ਼ਕ ਨਾਲ। ਲਾਚੀ ਖਾਨਾ ਬਦੋਸ਼ਾਂ ਦੀ ਕੁੜੀ ਸੀ। ਪਤਾ ਨਹੀਂ ਕਿੰਨੀਆਂ ਕੁ ਨਸਲਾਂ, ਕੌਮਾਂ, ਰੰਗਾਂ ਦੇ ਸੁਮੇਲ ਤੋਂ ਬਾਅਦ ਹੁਸਨ ਦਾ ਹੀ ਪਿਆਰਾ ਨਮੂਨਾ ਤਿਆਰ ਹੋਇਆ ਸੀ। ਉੱਚਾ ਲੰਮਾ ਕੱਦ, ਸੁਨਹਿਰੀ ਗੰਦਮੀ ਰੰਗ, ਸਬਜ਼ ਗਹਿਰੀਆਂ ਅੱਖਾਂ, ਸੀਨੇ 'ਚ ਕਮਾਨ ਵਰਗੀ ਖਿੱਚ ਤੇ ਤਣਾਅ ਤੇ ਲੱਕ 'ਚ ਤੀਰ ਵਰਗਾ ਤਿੱਖਾਪਨ। ਲੈ, ਜਦ ਲਾਚੀ ਚਲਦੀ ਸੀ ਤਾਂ ਇਹ ਲੱਗਦਾ ਸੀ ਜਿਵੇਂ ਉਹਦੀ ਸੰਪੂਰਨਤਾ ਨੂੰ ਸਾਰੀ ਦੁਨੀਆ ਝੁੱਕ ਕੇ ਸਲਾਮ ਕਰ ਰਹੀ ਹੋਵੇ। ਅਜਿਹੀਆਂ ਔਰਤਾਂ ਨੂੰ ਸੱਚਮੁੱਚ ਹੀ ਜੇਲ੍ਹ ਭੇਜ ਦੇਣਾ ਚਾਹੀਦਾ ਹੈ। ਹਮੀਦੇ ਟੈਕਸੀ ਡਰਾਈਵਰ ਨੇ ਲਾਚੀ ਨੂੰ ਗੇਟ ਦੇ ਬਾਹਰ ਨਿਕਲਦਿਆਂ ਹੋਇਆ ਵੇਖ ਕੇ ਕਿਹਾ। ਹਮੀਦਾ ਟੈਕਸੀ ਡਰਾਈਵਰ ਦਾ ਮੁਖੀ ਸੀ ਤੇ ਸਟੇਸ਼ਨ ਦੇ ਆਸ-ਪਾਸ ਦੇ ਇਲਾਕੇ ਦਾ ਦਾਦਾ ਵੀ ਸਮਝਿਆ ਜਾਂਦਾ ਸੀ।
ਇਸ ਇਲਾਕੇ ਵਿੱਚ ਸ਼ਰਾਬ, ਚਰਸ, ਅਫੀਮ ਤੇ ਲੜਕੀਆਂ ਦਾ ਧੰਦਾ ਇਸੇ ਹੀ ਮਾਰਫਤ ਹੋਇਆ ਕਰਦਾ ਸੀ। ਉਹ ਮਧਰੇ ਕੱਦ ਤੇ ਕਾਲੇ ਰੰਗ ਦਾ ਗੁੰਦਵੇਂ ਜੁੱਸੇ ਵਾਲਾ ਤੇ ਬੇਹੱਦ ਫੁਰਤੀਲਾ ਨੌਜਵਾਨ ਸੀ, ਜੋ ਉਹਨੂੰ ਬਹੁਤ ਕੁਝ ਨਹੀਂ ਸਮਝਦਾ ਸੀ, ਉਹਨੂੰ ਠੀਕ ਕਰ ਦਿੰਦਾ ਸੀ। ਖੁਦ ਰਸਿਕ ਲਾਲ ਸਟੇਸ਼ਨ ਮਾਸਟਰ ਤੋਂ ਡਰਦਾ ਸੀ ਤੇ ਹਮੇਸ਼ਾ ਸਲਾਹੁੰਦਾ ਸੀ, ਪਰ ਲਾਚੀ ਹਮੀਦੇ ਤੋਂ ਬਿਲਕੁਲ ਨਹੀਂ ਡਰਦੀ ਸੀ। ਹਮੀਦੇ ਕੋਲ ਜਦੋਂ ਉਹਨੇ ਆਪਣੇ ਬਾਰੇ ਕੀਤੀ ਟਿੱਪਣੀ ਸੁਣੀ ਤਾਂ ਉਸ ਵੱਲ ਥੁੱਕ ਦਿੱਤਾ ਤੇ ਲੱਕ ਨੂੰ ਲਚਕਾਉਂਦੀ ਤੇ ਪਿੱਠ ਖਿਜਾਉਂਦੀ ਹੋਈ ਆਪਣੀ ਕਾਲੀ ਚੋਲੀ ਦੀਆਂ ਪਰਤਾਂ ਠੀਕ ਕਰਦੀ ਹੋਈ ਭੀਖ ਮੰਗਣ ਅਗਲੇ ਬੱਸ ਸਟੈਂਡ ਵੱਲ ਵੱਧ ਗਈ, ਕਿਉਂਕਿ ਉਸ ਵਕਤ ਬੋਰੀਵਲੀ ਲੋਕਲ ਪਲੇਟਫਾਰਮ ਨੰਬਰ 2 ਤੇ ਆ ਚੁੱਕੀ ਸੀ ਤੇ ਲੋਕ ਗੇਟ ਵੱਲੋਂ ਭੱਜਦੇ ਹੋਏ ਬੱਸ ਸਟੈਂਡ ਤੇ ਲਾਈਨ ਲਗਾਉਣ ਲਈ ਖੜੇ ਹੋ ਰਹੇ ਸੀ। ਹਮੀਦੇ ਨੂੰ ਲਾਚੀ ਦੇ ਥੁੱਕਣ ਤੇ ਬਿਲਕੁਲ ਵੀ ਗੁੱਸਾ ਨਾ ਆਇਆ। 2-3 ਵਾਰ ਉਹਨੇ ਡਰਾ ਧਮਕਾ ਕੇ ਲਾਚੀ ਨੂੰ ਆਪਣਾ ਰੋਹ ਵਿਖਾਉਣਾ ਚਾਹਿਆ, ਪਰ ਹਰ ਵਾਰ ਉਹਨੂੰ ਮੂੰਹ ਦੀ ਖਾਣੀ ਪੈਂਦੀ ਸੀ। ਉਹਨੂੰ ਛੇਤੀ ਪਤਾ ਚੱਲ ਗਿਆ ਸੀ ਕਿ ਲਾਚੀ ਬੇਹੱਦ ਮਜ਼ਬੂਤ ਡੀਲ ਡੋਲ ਦੀ ਮਾਲਕ ਹੈ ਤੇ ਉਹਨੂੰ ਖਾਨਾ ਬਦੋਸ਼ਾਂ ਤੇ ਨਟਣੀਆਂ ਦੇ ਕੁਝ ਅਜਿਹੇ ਗੁਰ ਪਤਾ ਸਨ ਕਿ ਜਿਸ ਨਾਲ ਉਹ ਕਿਸੇ ਵੀ ਮਰਦ ਨੂੰ ਪਲਟੀ ਦੇ ਸਕਦੀ ਸੀ। ਉਹ ਆਮ ਸ਼ਹਿਰੀ ਜਾਂ ਦਿਹਾਤੀ ਔਰਤਾਂ ਵਰਗੀ ਨਹੀਂ ਸੀ ਜੋ ਮਰਦ ਦਾ ਇੱਕ ਹੀ ਮੁੱਕਾ ਖਾ ਕੇ ਚਟਾਈ ਵਾਂਗ ਵਿਛ ਜਾਂਦੀਆਂ। ਹਮੀਦਾ ਲਾਚੀ ਨੂੰ ਛੇੜਨ ਦਾ ਅਮਲੀ ਤਜਰਬਾ ਵੀ ਕਰ ਚੁੱਕਿਆ ਸੀ, ਇਸ ਲਈ ਹੁਣ ਥੁੱਕਣ ਤੇ ਵੀ ਝਿਜਕ ਕੇ ਸਿਰਫ ਹੱਸਿਆ ਸੀ ਤੇ ਮੂੰਹ ਘੁਮਾ ਕੇ ਆਪਣੀ ਟੈਕਸੀ ਵੱਲ ਚਲਾ ਗਿਆ ਸੀ। ਲਾਚੀ ਨੇ ਤੁਰਦਿਆਂ ਮਾਧੂ ਦੀ ਦੁਕਾਨ ਤੋਂ ਇੱਕ ਅਮਰੂਦ ਚੁੱਕ ਲਿਆ ਤੇ ਆਪਣੇ ਬੇਹੱਦ ਤਿੱਖੇ ਤੇ ਮਜ਼ਬੂਤ ਦੰਦ ਉਸ 'ਚ ਗੱਡ ਦਿੱਤੇ ਤੇ ਇੱਕ ਕਾਟੋ ਵਾਂਗ ਉਹਨੂੰ ਖਾਣ ਲੱਗ ਪਈ। ਉਹ ਅਮਰੂਦ ਖਾਂਦੀ ਤਿੱਖੀਆਂ ਅੱਖਾਂ ਨਾਲ ਮਾਧੂ ਵੱਲ ਵੇਖਦੀ ਜਾ ਰਹੀ ਸੀ। ਮਾਧੂ ਬਿਲਕੁਲ ਮਜਬੂਰ ਹੋ ਕੇ ਲਾਚੀ ਦੇ ਚਿਹਰੇ ਵੱਲ ਵੇਖ ਰਿਹਾ ਸੀ। ਜੇਕਰ ਉਹ ਵੇਖ ਸਕਦਾ ਤੇ ਇਹ ਕਹਿਣਾ ਮੁਸ਼ਕਿਲ ਹੈ ਕਿ ਮਾਧੂ ਇਸ ਵਕਤ ਕੀ ਦੇਖ ਰਿਹਾ ਸੀ। ਉਹਦੀਆਂ ਫਟੀਆਂ ਅੱਖਾਂ 'ਚ ਬੇਬਸੀ ਸੀ। ਉਹਨੇ ਬੜੀ ਮੁਸ਼ਕਿਲ ਨਾਲ ਆਪਣੇ ਗਿੱਲੇ ਬੁੱਲਾਂ ਵਿੱਚੋਂ ਇਹ ਅਲਫਾਜ਼ ਕੱਢੇ, ਅਮਰੂਦਾਂ ਦਾ ਪੂਰਾ ਟੋਕਰਾ ਲੈ ਜਾ। ਲਾਚੀ ਨੇ ਅੱਧਾ ਖਾਧਾ ਹੋਇਆ ਅਮਰੂਦ ਉਹਦੇ ਮੂੰਹ ਤੇ ਮਾਰਿਆ ਤੇ ਅੱਗੇ ਵੱਧ ਗਈ ਤੇ ਜਦੋਂ ਮਾਧੂ ਦੀ ਦੁਕਾਨ ਦੇ ਛੱਜੇ ਤੋਂ ਬਾਹਰ ਗਈ ਤਾਂ ਉਸ ਵੇਲੇ ਡੁੱਬਦੇ ਸੂਰਜ ਨੇ ਉਹਦੇ ਖੁੱਲੇ ਹੋਏ ਸੰਘਣੇ ਸੁਰਖ ਵਾਲਾਂ ਨੂੰ ਛੂ ਲਿਆ ਸੀ ਤੇ ਲਾਚੀ ਦੇ ਸਿਰ ਦੇ ਵਾਲਾਂ ਦਾ ਇੱਕ ਲਚਕਦਾ ਤੇ ਤੜਪਦਾ ਹੋਇਆ ਹਾਸਾ ਜਿਹਾ ਬਣ ਗਿਆ। ਗਰੀਬ ਮਾਧੂ ਨੇ ਉਸ ਬਾਰੇ ਕਿਹਾ ਕਿ ਲੱਗਦਾ ਹੈ ਬੇਰੀ ਦੇ ਝਾੜ ਨੂੰ ਅੱਗ ਲੱਗੀ ਹੋਈ ਹੈ। ਫਿਰ ਉਹ ਲੁਕੋ ਕੇ ਲਾਚੀ ਦਾ ਜੂਠਾ ਅਮਰੂਦ ਖਾਣ ਲੱਗਿਆ ਤੇ ਨਾਲ-ਨਾਲ ਲਾਚੀ ਨੂੰ ਦਿਖਾਉਂਦਾ, ਤੇਰਾ ਜੂਠਾ ਖਾ ਰਿਹਾ ਲਾਚੀ। ਲਾਚੀ ਨੇ ਤੁਰਦਿਆਂ ਤੁਰਦਿਆਂ ਪਲਟਵਾਰ ਕੀਤਾ, ਮੇਰਾ ਥੁੱਕਿਆ ਹੋਇਆ। ਹੁਣ ਲਾਚੀ ਬੱਸ ਸਟੈਂਡ ਦੀ ਲਾਈਨ ਤੱਕ ਪੁੱਜ ਗਈ ਸੀ ਤੇ ਹੱਥ ਅੱਡ ਕੇ ਭੀਖ ਮੰਗਣੀ ਸ਼ੁਰੂ ਕਰਤੀ। ਐਨਕ ਵਾਲੇ ਬਾਬੂ ਇੱਕ ਆਨਾ, ਛਤਰੀ ਵਾਲੀ ਬੀਬੀ ਇੱਕ ਆਨਾ, ਬੰਡਲ ਵਾਲੇ ਸਰਦਾਰ ਜੀ ਇੱਕ ਆਨਾ, ਜਿਵੇਂ ਉਹ ਭੀਖ ਨਾ ਮੰਗ ਰਹੀ ਹੋਵੇ, ਲਾਈਨ 'ਚ ਖੜੇ ਲੋਕਾਂ ਨੂੰ ਨਿਲਾਮ ਕਰ ਰਹੀ ਹੋਵੇ। ਸਾਰਾ ਮਾਲ ਲੁਟਾ ਦਿੱਤਾ ਇੱਕ ਆਨੇ 'ਚ। ਇੱਕ ਬਾਊ ਨੇ ਉਸ ਵੱਲ ਅੱਖ ਮਾਰ ਕੇ ਕਿਹਾ, 12 ਆਨੇ ਦੇਵਾਂਗਾ। ਇਹ ਤੇ ਲਾਚੀ ਬੋਲੀ, ਆਪਣੀ ਮਾਂ ਨੂੰ ਦੇ ਦੇ। ਫਿਰ ਉਹ ਅੱਗੇ ਵੱਧ ਗਈ। ਇਸ ਦੁਨੀਆ 'ਚ ਬੇਹੱਦ ਮੁਸ਼ਕਲਾਂ ਨੇ, ਪਰ ਖਾਨਾ ਬਦੋਸ਼ਾਂ ਲਈ ਤਾਂ ਹੋਰ ਵੀ ਜ਼ਿਆਦਾ ਮੁਸ਼ਕਲਾਂ ਨੇ। ਖੇਤਾਂ ਵਿੱਚ ਉੱਗੇ ਹੋਏ ਬੂਟਿਆਂ ਵਾਂਗ ਜੋ ਲੋਕ ਇੱਕ ਦੂਜੇ ਨੂੰ ਜਾਣਦੇ ਹਨ, ਖੁਸ਼ੀ ਦੀ ਹਵਾ 'ਚ ਇਕੱਠਿਆਂ ਲਹਿਰਾਉਂਦੇ ਹੋਏ ਗੀਤ ਗਾਉਂਦੇ ਹਨ, ਹੋਰ ਉੱਚੇ ਹੋਣ ਲਈ। ਭੁੱਖ ਦੇ ਪਾਲੇ 'ਚ ਇਕੱਠਿਆਂ ਕੰਬਦੇ ਹਨ ਤੇ ਬਿਮਾਰੀ ਤੇ ਇਕੱਠਿਆਂ ਗਿਰ ਕੇ ਕੱਟ ਜਾਂਦੇ ਹਨ, ਪਰ ਖਾਨਾ ਬਦੋਸ਼ਾਂ ਲਈ ਹਰ ਥਾਂ ਮੁਸ਼ਕਿਲ ਹੈ। ਉਹ ਹਰ ਖੇਤ ਦੇ ਕਿਨਾਰੇ ਤੇ ਅਜਨਬੀ ਵਾਂਗ ਹਨ ਤੇ ਹਰ ਪਿੰਡ ਦੀ ਹੱਦ ਵਿੱਚ ਅਣਜਾਣਿਆਂ ਵਰਗੇ। ਸ਼ਹਿਰ ਦੀ ਗਲੀ ਦਾ ਹਰ ਮੋੜ ਉਹਨਾਂ ਲਈ ਇੱਕ ਨਵਾਂ ਖਤਰਾ ਹੁੰਦਾ ਹੈ। ਹਰ ਚੁਰਾਹੇ ਦਾ ਸੰਤਰੀ ਕਿਸੇ ਵਕਤ ਬੇਦਖਲ ਕਰ ਸਕਦਾ ਹੈ। ਉਹ ਹਰ ਜਗ੍ਹਾ ਇਕੱਲੇ ਹਨ। ਇਹ ਲੋਕ ਜੋ ਕਿਸੇ ਕੌਮ ਦੀ, ਕਿਸੇ ਰੰਗ ਤੇ ਕਿਸੇ ਮੁਲਕ ਦੇ ਨਹੀਂ ਹਨ, ਜਾਂ ਸ਼ਾਇਦ ਇਹ ਸਭ ਦੇ ਹਨ। ਇਹਨਾਂ ਦੇ ਰੰਗ ਵਿੱਚ ਸਭ ਦਾ ਖੂਨ ਹੈ ਤੇ ਇਹਨਾਂ ਦੀ ਬੋਲੀ 'ਚ ਸਭ ਦੀ ਬੋਲੀ ਹੈ। ਇਹ ਲੋਕ ਜੋ ਆਪਣਾ ਤੰਬੂ, ਆਪਣੀ ਚਟਾਈ ਤੇ ਘਾਹ ਦੇ ਤਿਣਕੇ ਲੈ ਕੇ ਘੁੰਮਦੇ ਹਨ, ਕਿਸੇ ਆਸਰੇ ਦੀ ਤਲਾਸ਼ ਵਿੱਚ ਹਨ। ਆਪਣੀ ਜੱਦੋ-ਜਹਿਦ ਦਾ ਨਤੀਜਾ ਇਹਨਾਂ ਨੂੰ ਖੁਦ ਵੀ ਪਤਾ ਨਹੀਂ। ਲਾਚੀ ਆਪਣੇ ਕਬੀਲੇ 'ਚ ਆਪਣੇ ਚਾਚਾ ਮਾਮਨ ਦੇ ਕੋਲ ਰਹਿੰਦੀ ਸੀ, ਕਿਉਂਕਿ ਚਾਚਾ ਮਾਮਨ ਦੇ ਕੋਲ ਇਹਦੀ ਮਾਂ ਰਹਿੰਦੀ ਸੀ, ਕਿਉਂਕਿ ਉਹਦਾ ਪਤੀ ਰਿੱਗੀ ਇੱਕ ਵਾਰ ਸ਼ਰਾਬ ਪੀ ਕੇ ਇਹਨੂੰ ਜੂਏ 'ਚ ਹਾਰ ਗਿਆ ਸੀ। ਉਦੋਂ ਲਾਚੀ ਸਿਰਫ 4 ਵਰ੍ਹਿਆਂ ਦੀ ਸੀ। ਇਸ ਲਈ ਜਦ ਮਾਂ ਦੇ ਨਾਲ ਬੇਟੀ ਵੀ ਆ ਗਈ ਤਾਂ ਮਾਮਨ ਬਹੁਤ ਖੁਸ਼ ਹੋਇਆ, ਕਿਉਂਕਿ ਖਾਨਾ ਬਦੋਸ਼ਾਂ ਦੇ ਕਬੀਲਿਆਂ ਵਿੱਚ ਔਰਤਾਂ ਮਰਦਾਂ ਦੇ ਮੁਕਾਬਲੇ 'ਚ ਜ਼ਿਆਦਾ ਕਮਾਉਂਦੀਆਂ ਹਨ। ਮਰਦ ਦਿਨ 'ਚ 4 ਆਨੇ ਦੀ ਟੋਕਰੀ ਤਿਆਰ ਕਰਦੇ ਹਨ ਜਾਂ 3 ਦਿਨਾਂ 'ਚ 9 ਆਨਿਆਂ ਦੀ ਚਟਾਈ ਬੁਣਦੇ ਹਨ, ਪਰ ਔਰਤਾਂ ਆਰਟ ਸਿਲਕ ਦੇ ਘੇਰੇਦਾਰ ਘੱਗਰੇ ਪਾ, ਰੇਸ਼ਮ ਦੀ ਚੋਲੀ ਚਮਕਾਉਂਦੀਆਂ, ਅੱਖਾਂ 'ਚ ਸੁਰਮਾ, ਬੁੱਲਾਂ ਤੇ ਮੁਸਕਰਾਹਟ ਤੇ ਨਜ਼ਰਾਂ 'ਚ ਦਾਬਤੀ ਨਜ਼ਾਰਾ ਲੈ ਗਲੀ ਕੂਚਿਆਂ ਦੇ ਮੋੜ ਤੇ ਬੈਠਦੀਆਂ ਐਨਕਾਂ ਤੇ ਜੜੀਆਂ ਬੂਟੀਆਂ ਵੇਚਦੀਆਂ ਹਨ। ਗਿਲਟ ਦੀਆਂ ਅੰਗੂਠੀਆਂ, ਝੁਮਕੇ, ਛੱਲੇ, ਨਗੀਨੇ, ਕੱਚ ਦੇ ਹਾਰ ਵੇਚਦੀਆਂ ਚੰਗੀ ਕਮਾਈ ਕਰਦੀਆਂ ਹਨ। ਜੇ ਅਜਿਹਾ ਨਾ ਹੋਵੇ ਤਾਂ ਇਹ ਖੂਬਸੂਰਤ ਕੱਪੜੇ, ਉੱਚੀ ਅੱਡੀ ਦੀਆਂ ਜੁੱਤੀਆਂ,
ਇਹ ਖਾਧੇ ਪੀਤੇ ਨਿੱਗਰ ਜਿਸਮ ਕਿੱਥੋਂ ਆਉਂਦੇ ਹਨ? ਕਿਸੇ ਫੈਕਟਰੀ ਵਿੱਚੋਂ ਢਲ ਕੇ ਤਰਾਸ਼ੇ ਨਹੀਂ ਗਏ। ਇਹ ਤੋਂ ਇਲਾਵਾ ਖਾਨਾ ਬਦੋਸ਼ਾਂ ਦੀਆਂ ਬਹੁਤੀਆਂ ਜਵਾਨ ਔਰਤਾਂ ਪੁਰਾਣਾ ਧੰਦਾ ਵੀ ਕਰਦੀਆਂ ਸੀ। ਲਾਚੀ ਦੇ ਆਪਣੇ ਕਬੀਲੇ 'ਚ ਰੌਸੀ, ਜਾਮਾ, ਬਿੱਲੀ, ਸੁਨੀਆਂ ਇਹੋ ਕਰਦੀਆਂ ਸਨ। ਸ਼ਾਮ ਹੁੰਦਿਆਂ ਹੀ ਸਟੇਸ਼ਨ ਯਾਰਡ ਦੇ ਪੱਛਮੀ ਕਿਨਾਰੇ, ਜਿੱਥੇ ਖਾਨਾ ਬਦੋਸ਼ਾਂ ਦੇ ਤੰਬੂ ਸਨ, ਕਿਉਂਕਿ ਸ਼ਹਿਰ 'ਚ ਹੋਰ ਵਧੀਆ ਤੇ ਮੁਕਾਬਲਤਨ ਸਸਤੀਆਂ ਚੀਜ਼ਾਂ ਕਿੱਥੇ ਮਿਲ ਸਕਦੀਆਂ ਸੀ, ਤੇ ਹਰ ਵਪਾਰੀ ਉਹੀ ਮਾਲ ਖਰੀਦਣਾ ਚਾਹੁੰਦਾ ਹੈ ਜੋ ਵਧੀਆ ਤੇ ਸਸਤਾ ਹੋਵੇ। ਤੁਸੀਂ ਲੋਕ ਅਮੀਰ ਆਦਮੀ ਦੀ ਰਾਤ ਨੂੰ ਕੀ ਸਮਝਦੇ ਹੋ? ਦਿਨ ਭਰ ਦੇ ਕਿੰਨੇ ਧੋਖਿਆਂ, ਝੂਠੇ ਵਾਅਦਿਆਂ, ਝਪਟਾਂ ਤੇ ਫਰੇਬੀਆਂ ਤੋਂ ਬਾਅਦ ਸਵੇਰ ਤੋਂ ਸ਼ਾਮ ਤੱਕ ਤੰਬੂ ਦਾ ਆਰਾਮ ਕਰਨ ਤੋਂ ਬਾਅਦ ਹੀ ਤਾਂ ਰਾਤ ਆਉਂਦੀ ਹੈ। ਇਸ ਰਾਤ ਵਿੱਚ ਵਿਸਕੀ ਦੀ ਨਵੀਂ ਬੋਤਲ ਨਾ ਮਿਲੇ ਤਾਂ ਲਾਨਤ ਹੈ। ਢਿੱਡ ਦੀ ਭੁੱਖ ਮਿਟਾਉਣ ਲਈ ਹਰ ਕੋਈ ਕੰਮ ਕਰਦਾ ਹੈ। ਇਸ ਲਈ ਜਦ ਰਾਤ ਆਉਂਦੀ ਹੈ ਤਾਂ ਹਰ ਖਾਨਾ ਬਦੋਸ਼ ਕਬੀਲੇ ਦੇ ਡੇਰੇ ਤੇ ਚਮਕਦੀਆਂ ਕਾਰਾਂ ਆਉਂਦੀਆਂ ਹਨ ਤੇ ਖੁੱਲੀ ਹਵਾ 'ਚ ਪਲੇ ਹੋਏ ਜੰਗਲੀ ਫੁੱਲਾਂ ਨੂੰ ਚੁਣ ਕੇ ਲੈ ਜਾਂਦੀਆਂ ਹਨ। 20ਵੀਂ ਸਦੀ ਪਹਿਲੀ ਸਦੀ ਨਾਲ ਮਿਲਦੀ ਹੈ ਤੇ ਇਸ ਤਹਿਜ਼ੀਬ ਦੀ ਤਰੱਕੀ ਵਿੱਚ ਇਹਨੇ ਜੋ ਖੋਇਆ ਉਹਨੂੰ ਪਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਜੋ ਪਾਇਆ ਉਹਨੂੰ ਮੌਕੇ ਸਰਸ਼ਾਰੀ ਦੀ ਭਾਲ 'ਚ ਰਾਤ ਗੁਜ਼ਾਰ ਦਿੰਦੀ ਹੈ। ਤੇ ਜਦ ਰਾਤ ਗੁਜ਼ਰ ਜਾਂਦੀ ਹੈ ਤਾਂ ਕਾਰਾਂ ਆਪਣੇ ਦਫ਼ਤਰਾਂ ਨੂੰ ਮੁੜ ਜਾਂਦੀਆਂ ਹਨ ਤੇ ਗਰੀਬ ਖਾਨਾ ਬਦੋਸ਼ ਕੁੜੀਆਂ ਫੁੱਟਪਾਥ ਤੇ ਇਕੱਠੀਆਂ ਹੋ ਐਨਕਾਂ ਵੇਚਦੀਆਂ ਹਨ। ਹੈ ਕੋਈ ਜੋ ਐਨਕ ਲਗਾ ਕੇ ਦੇਖੇ? ਅਧਿਆਇ ਦੂਸਰਾ। ਲਾਚੀ ਜਦ ਆਪਣੇ ਤੰਬੂ 'ਚ ਵਾਪਸ ਆਈ ਤਾਂ ਸ਼ਾਮ ਢਲ ਕੇ ਰਾਤ 'ਚ ਗੁੰਮ ਹੋ ਰਹੀ ਸੀ। ਖਾਨਾ ਬਦੋਸ਼ ਤੇ ਤੰਬੂ ਸਟੇਸ਼ਨ ਯਾਰਡ ਦੇ ਪੱਛਮ ਵੱਲ ਸਨ। ਇੱਥੇ ਘਾਹ ਦਾ ਵਿੰਗਾ ਟੇਢਾ ਵਿੱਚ ਪੱਥਰਾਂ ਨਾਲ ਘਿਰਿਆ ਹੋਇਆ ਇੱਕ ਵੱਡਾ ਟਿੱਲਾ ਸੀ, ਜਿਹਦੇ ਉੱਤਰ ਵੱਲ ਗੁਲਮੋਹਰ ਦੇ ਦਰਖਤਾਂ ਦੀ ਇੱਕ ਕਤਾਰ ਚਲੀ ਗਈ ਸੀ। ਪੱਛਮੀ ਕਿਨਾਰੇ 'ਚ ਪੱਥਰ ਦੇ ਕੋਲੇ ਦਾ ਇੱਕ ਸ਼ੈੱਡ ਸੀ। ਬਹੁਤ ਸਾਰਾ ਕੋਲਾ ਤਰਪਾਲ 'ਚ ਢਕਿਆ ਹੋਇਆ ਸੀ। ਦੱਖਣ 'ਚ ਗੰਗਾਦੀਨ ਘਾਹ ਦੇ ਸੈਂਕੜੇ ਗੱਠੇ ਇੱਕ ਦੂਜੇ ਦੇ ਉੱਪਰ ਪਏ ਸਨ। ਪੂਰਬ ਵੱਲ ਇੱਕ ਪੁਰਾਣਾ ਤਲਾਬ ਸੀ, ਜਿੱਥੋਂ ਪਰਾਂ ਵਿਕਟਰ ਕੰਡੇਵਾਲੇ ਦਾ ਕੁਆਟਰ ਸੀ। ਗੁਲਮੋਹਰ ਦੇ ਦਰਖਤਾਂ ਦੀਆਂ ਕਤਾਰਾਂ ਤੋਂ ਪਰੇ ਮੋਟਰ ਰੋਡ ਸੀ, ਜੋ ਹਵਾਈ ਅੱਡੇ ਤੋਂ ਪਰਾਂ ਉੱਤਰੀ ਪਹਾੜੀਆਂ ਦਾ ਇੱਕ ਲੰਬਾ ਸਿਲਸਿਲਾ ਸੀ, ਜਿਨ੍ਹਾਂ ਦੀਆਂ ਚੋਟੀਆਂ ਤੇ ਹਵਾਈ ਜਹਾਜ਼ ਨੂੰ ਖਬਰਦਾਰ ਕਰਨ ਲਈ ਰਾਤ ਵਿੱਚ ਲਾਲ-ਲਾਲ ਰੌਸ਼ਨੀਆਂ ਜਗਮਗਾਉਂਦੀਆਂ ਸਨ। ਲਾਚੀ ਜਦ ਰੇਲਵੇ ਯਾਰਡ ਦਾ ਜੰਗਲਾ ਲੰਘ ਕੇ ਜੂੜ ਦੇ ਕਿਨਾਰੇ ਚਲਦੀ ਹੋਈ ਇੱਕ ਟਿੱਲੇ ਕੋਲ ਪੁੱਜੀ ਤਾਂ ਉਹਨੇ ਵੇਖਿਆ ਕਿ ਉਹਦਾ ਬਾਪ ਰਿੱਗੀ ਟਿੱਲੇ ਤੇ ਬੈਠਾ ਪੱਥਰਾਂ ਨਾਲ ਖੇਡ ਰਿਹਾ ਹੈ। ਰਿੱਗੀ ਦੀ ਪਿੱਠ ਲਾਚੀ ਵੱਲ ਸੀ, ਪਰ ਲਾਚੀ ਨੂੰ ਪਤਾ ਸੀ ਕਿ ਉਹਦੇ ਬਾਪ ਨੇ ਉਹਨੂੰ ਵੇਖ ਲਿਆ ਹੈ। ਉਸ ਕੋਲੋਂ ਲੰਘਣ ਲੱਗੀ ਰਿੱਗੀ ਨੇ ਚੁੱਪਚਾਪ ਹੱਥ ਅੱਗੇ ਵਧਾ ਦਿੱਤਾ। ਇੱਕ ਅਰਸੇ ਤੋਂ ਰਿੱਗੀ ਦਾ ਇਹੋ ਦਸਤੂਰ ਸੀ। ਉਹ ਸ਼ਾਮ ਢਲਦਿਆਂ ਹੀ ਟਿੱਲੇ ਤੇ ਪੁੱਜ ਜਾਂਦਾ ਸੀ ਤੇ ਆਪਣੀ ਬੇਟੀ ਦਾ ਇੰਤਜ਼ਾਰ ਕਰਦਾ ਸੀ, ਤੇ ਜਦ ਲਾਚੀ ਉਹਦੇ ਸਾਹਮਣੇ ਲੰਘਣ ਲੱਗਦੀ ਤਾਂ ਆਪਣਾ ਹੱਥ ਅੱਗੇ ਵਧਾ ਦਿੰਦਾ ਸੀ। ਲਾਚੀ ਨੇ ਜੇਬ ਟਟੋਲੀ ਤੇ ਉਸ ਚੋਂ 4 ਆਨੇ ਕੱਢ ਕੇ ਰਿੱਗੀ ਦੀ ਹਥੇਲੀ ਤੇ ਰੱਖ ਦਿੱਤੇ ਤੇ ਫਿਰ ਖਾਮੋਸ਼ੀ ਨਾਲ ਅੱਗੇ ਵਧ ਗਈ। ਬਾਪ ਤੇ ਬੇਟੀ ਵਿਚਕਾਰ ਕੋਈ ਗੱਲ ਨਹੀਂ ਹੋਈ। ਜਿਸ ਦਿਨ ਤੋਂ ਰਿੱਗੀ ਆਪਣੀ ਪਤਨੀ ਤੇ ਬੇਟੀ ਨੂੰ ਜੂਏ 'ਚ ਹਾਰ ਗਿਆ ਸੀ, ਉਸ ਦਿਨ ਤੋਂ ਬੇਟੀ ਨੂੰ ਵੀ ਉਸ ਨਾਲ ਨਫ਼ਰਤ ਹੋ ਗਈ ਸੀ। ਰਿੱਗੀ ਬੇਹੱਦ ਨਿਕੰਮਾ ਤੇ ਵਿਹਲੜ ਸੀ, ਪਰ ਉਹ ਡੱਫ ਵਜਾਉਣ, ਨੱਚਣ ਗਾਉਣ ਤੇ ਸ਼ਰਾਬ ਪੀਣ 'ਚ ਆਪਣਾ ਸਾਨੀ ਨਹੀਂ ਰੱਖਦਾ ਸੀ। ਉਹਦੀ ਆਵਾਜ਼ ਬੜੀ ਪਾਟਦਾਰ ਤੇ ਸੁਰੀਲੀ ਸੀ ਤੇ ਉਹ ਟੋਕਰੀਆਂ ਦੀ ਬਹੁਤ ਵਧੀਆ ਬਣਾਉਂਦਾ ਸੀ, ਪਰ ਕੰਮ ਕਰਨ ਤੋਂ ਜਿਵੇਂ ਉਹਨੂੰ ਨਫ਼ਰਤ ਸੀ। ਖਾਨਾ ਬਦੋਸ਼ਾਂ 'ਚ ਉਹਦੇ ਕੱਪੜੇ ਸਭ ਤੋਂ ਵੱਧ ਮੈਲੇ ਕੁਚੈਲੇ ਤੇ ਫਟੇ ਪੁਰਾਣੇ ਹੁੰਦੇ ਸੀ। ਇਹਨਾਂ ਮੈਲੇ ਕੱਪੜਿਆਂ 'ਚ ਉਹਦੀ ਵਧੀ ਹੋਈ ਦਾੜੀ ਉੱਪਰ ਤਾਂਬੇ ਰੰਗੀਆਂ ਗੱਲਾਂ ਹਰ ਵਕਤ ਇੱਕ ਅਜੀਬ ਸ਼ਰਾਰਤ ਨਾਲ ਚਮਕਦੀਆਂ ਸਨ। ਚਵਾਨੀ ਲੈ ਕੇ ਉਹਨੇ ਆਪਣੀ ਪੁਰਾਣੀ ਵਾਸਕਟ ਵਿੱਚ ਪਾ ਲਈ ਤੇ ਫਿਰ ਪੱਥਰਾਂ ਨਾਲ ਖੇਡਣ ਲੱਗ ਪਿਆ। ਕਈ ਵਾਰ ਲਾਚੀ ਦਾ ਦਿਲ ਚਾਹਿਆ ਕਿ ਆਪਣੇ ਬਾਪ ਨੂੰ ਰੇਜ਼ਗਾਰੀ ਦੇਣ ਦੀ ਬਜਾਏ ਉਹਦੇ ਸ਼ਰਾਰਤ ਭਰੇ ਚਿਹਰੇ ਤੇ ਇੱਕ ਥੱਪੜ ਰਸੀਦ ਕਰ ਦੇਵੇ, ਪਰ ਹਰ ਵਾਰ ਪਤਾ ਨਹੀਂ ਕਿਹੜਾ ਜਜ਼ਬਾ ਉਹਦੇ ਹੱਥ ਰੋਕ ਲੈਂਦਾ ਸੀ ਤੇ ਉਹ ਮਜਬੂਰ ਹੋ ਜਾਂਦੀ ਸੀ ਕਿ ਆਪਣੇ ਬਾਪ ਦੇ ਕਾਲੇ ਘਣੇ ਵਾਲਾਂ ਵਾਲੇ ਹੱਥ ਦੀ ਹਥੇਲੀ ਤੇ 4 ਆਨੇ ਰੱਖ ਦੇਵੇ। ਹਾਂ, ਅੱਗੇ ਵਧ ਕੇ ਆਪਣੇ ਤੰਬੂ ਵੱਲ ਜਾਂਦਿਆਂ ਹੋਇਆਂ ਉਹ ਹਮੇਸ਼ਾ ਇਹੋ ਸੋਚਦੀ ਸੀ ਕਿ ਅਜਿਹਾ ਕਿਉਂ ਹੁੰਦਾ ਹੈ ਕਿ ਉਹ ਇਹਦੇ ਥੱਪੜ ਕਿਉਂ ਨਹੀਂ ਮਾਰ ਸਕਦੇ। ਇਸ ਦੁਨੀਆ 'ਚ ਹਰ ਜਜ਼ਬਾ ਆਪਣੀ ਕੀਮਤ ਕਿਉਂ ਵਸੂਲ ਕਰਦਾ ਹੈ। ਉਹਨੇ ਇੱਕ ਛੋਟੇ ਜਿਹੇ ਪੱਥਰ ਨੂੰ ਆਪਣੇ ਨੰਗੇ ਪੈਰ ਨਾਲ ਇੱਕ ਠੋਕਰ ਮਾਰੀ ਤੇ ਲੁੜਕਦੇ ਹੋਏ ਪੱਥਰ ਦੇ ਪਿੱਛੇ ਭੱਜਦਿਆਂ ਆਪਣੇ ਤੰਬੂ ਤੱਕ ਪਹੁੰਚ ਗਈ। ਤੰਬੂ ਦੇ ਨਜ਼ਦੀਕ ਪੁੱਜ ਕੇ ਉਹ ਠਿਠਕ ਗਈ। ਤੰਬੂ ਦੇ ਬਾਹਰ ਚਟਾਈ ਵਿਛਾਈ ਉਹਦਾ ਬਾਪ ਮਾਮਨ ਤੇ ਕਬੀਲੇ ਦਾ ਸਰਦਾਰ ਦਮਾਰੂ ਮਿੱਟੀ ਦੇ ਪਿਆਲੇ 'ਚ ਸ਼ਰਾਬ ਮਤਲਬ ਠੱਗ ਪੀ ਰਹੇ ਸਨ ਤੇ ਤਾਸ਼ ਖੇਡ ਰਹੇ ਸਨ। ਲਾਚੀ ਦੀ ਮਾਂ ਮਾਮਨ ਦੇ ਮੋਢੇ ਨਾਲ ਲੱਗੀ ਆਪਣੇ ਖਾਵੰਦ ਨੂੰ ਮਸ਼ਵਰਾ ਦਿੰਦੀ ਜਾ ਰਹੀ ਸੀ ਤੇ ਕਦੇ-ਕਦੇ ਮਾਮਨ ਦਾ ਪਿਆਲਾ ਚੁੱਕ ਕੇ ਉਸ 'ਚੋਂ ਇੱਕ ਘੁੱਟ ਪੀ ਲੈਂਦੀ ਸੀ,
ਪਰ ਖਾਵਨ ਤੇ ਪਤਨੀ ਦੋਵਾਂ ਦੀ ਕੋਸ਼ਿਸ਼ ਦੇ ਬਾਵਜੂਦ ਮਾਮਨ ਹਾਰ ਰਿਹਾ ਸੀ ਤੇ ਸਿਆਹ ਰੰਗ ਲਮੂਤਰੀ ਨੱਕ ਵਾਲੇ ਦਮਾਰੂ ਸਰਦਾਰ ਦੇ ਚਿਹਰੇ ਤੇ ਜਿੱਤ ਦੀ ਅਨੋਖੀ ਚਮਕ ਸੀ। ਲਾਚੀ ਦੇ ਪੈਰਾਂ ਦੀ ਆਹਟ ਸੁਣ ਤਿੰਨਾਂ ਨੇ ਲਾਚੀ ਵੱਲ ਮੁੜ ਕੇ ਵੇਖਿਆ। ਦਮਾਰੂ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਚਮਕ ਛਾਈ। ਮਾਮਨ ਦੇ ਮੱਥੇ ਤੇ ਵਲ ਪੈ ਗਏ ਤੇ ਮਾਮਨ ਦੀ ਪਤਨੀ ਨੇ ਇੱਕ ਖੋਖਲੀ ਹਾਸੀ ਹੱਸ ਕੇ ਆਪਣੀ ਝੋਲੀ ਲਾਚੀ ਵੱਲ ਫੈਲਾ ਦਿੱਤੀ। ਲਾਚੀ ਨੇ ਆਪਣੀ ਜੇਬ ਚੋਂ ਸਾਰੀ ਰੇਜ਼ਗਾਰੀ ਕੱਢ ਕੇ ਆਪਣੀ ਮਾਂ ਦੀ ਝੋਲੀ 'ਚ ਪਾ ਦਿੱਤੀ ਤੇ ਲਚਕਦੀ ਹੋਈ ਤੰਬੂ ਦੇ ਬਾਹਰ ਚਲੀ ਗਈ। ਮੈਨੂੰ ਦੇ ਦੇ ਕਮਲੀ, ਮਾਮਨ ਨੇ ਹੱਥ ਅੱਗੇ ਵਧਾ ਕੇ ਆਪਣੀ ਪਤਨੀ ਨੂੰ ਕਿਹਾ। ਠਹਿਰ ਜਾ ਕੰਬਖਤ, ਗਿਣ ਤਾਂ ਲੈਣ ਦੇ। ਕਮਲੀ ਨੇ ਗਿਣਦਿਆਂ ਕਿਹਾ। ਗਿਣ ਕੇ ਕੀ ਕਰ ਲੈਂਗੀ? ਮਾਮਨ ਨਫ਼ਰਤ ਨਾਲ ਬੋਲਿਆ। ਹੋਣਗੇ 15-20 ਆਨੇ, ਜਿਨ੍ਹਾਂ ਚੋਂ 4-6 ਆਨੇ ਤਾਂ ਤੇਰੇ ਪਹਿਲੇ ਖਸਮ ਨੂੰ ਦੇ ਆਈ ਹੋਏਗੀ। ਆ ਤੁਸੀਂ ਜਿਹੜਾ ਜੂਆ ਖੇਡ ਰਹੇ ਹੋ, ਆ ਜਿਹੜੀ ਸ਼ਰਾਬ ਪੀ ਰਹੇ ਹੋ, ਮੱਛੀ ਖਾ ਰਹੇ ਹੋ, ਇਹ ਕਿਹਦੀ ਮਿਹਨਤ ਦੀ ਕਮਾਈ ਹੈ? ਇੱਕਦਮ ਕਵਲੀ ਆਪਣੇ ਖਾਵੰਦ ਵੱਲ ਗੁੱਸੇ ਨਾਲ ਬੋਲੀ। ਮਾਮਨ ਦੀ ਪਤਨੀ ਨੇ ਬਿਲਕੁਲ ਠੀਕ ਤਾਨਾ ਦਿੱਤਾ ਸੀ। ਉਹ ਢੇੜ ਹੋ ਗਈ ਸੀ ਤੇ ਫਿਰ ਵੀ ਇੰਨੀ ਖੂਬਸੂਰਤ ਸੀ ਕਿ ਜੇ ਦਿਲ ਲਾ ਕੇ ਸ਼ਿਕਾਰ ਕਰਦੀ ਤਾਂ 8-10 ਰੁਪਏ ਕਮਾਉਣਾ ਉਸ ਲਈ ਕੋਈ ਮੁਸ਼ਕਿਲ ਨਹੀਂ ਸੀ। ਪਰ ਹੁਣ ਉਹਦਾ ਜੀ ਨਹੀਂ ਚਾਹੁੰਦਾ ਸੀ ਤੇ ਜਦੋਂ ਘਰ 'ਚ ਜਵਾਨ ਬੇਟੀ ਮੌਜੂਦ ਹੋਵੇ ਤਾਂ ਕਿਸ ਮਾਂ ਦਾ ਦਿਲ ਖੁਦ ਧੰਦਾ ਕਰਨਾ ਚਾਹੇਗਾ। ਸੋਚਣ ਵਾਲੀ ਗੱਲ ਹੈ ਕਿ ਕਿਸ ਇਨਸਾਨ ਦਾ ਦਿਲ ਆਰਾਮ ਕਰਨ ਨੂੰ ਨਹੀਂ ਚਾਹੁੰਦਾ। ਪਰ ਅੱਜ ਮਾਮਨ ਦਾ ਦਿਲ ਪੀਣ ਤੇ ਜੂਆ ਖੇਡਣ ਲਈ ਮਚਲ ਰਿਹਾ ਸੀ। ਇੱਧਰ ਉਹਨੇ ਲਾਚੀ ਦੀ ਮਾਂ ਨੂੰ ਮਜਬੂਰ ਕਰ ਦਿੱਤਾ ਸੀ ਕਿ ਅੱਜ ਉਹ ਉਹਦੇ ਲਈ ਕਿਤੋਂ ਨਾ ਕਿਤੋਂ ਬੰਦੋਬਸਤ ਕਰ ਦੇਵੇ, ਪਰ ਇਹ ਬੰਦੋਬਸਤ ਨਹੀਂ ਕਰੇਗੀ। ਇਸ ਲਈ ਵਿਚਾਰੀ ਮਾਂ ਨੂੰ ਹੀ ਸਭ ਕੁਝ ਕਰਨਾ ਪਿਆ। ਇਸ ਲਈ ਠੱਠਾ ਪੀਂਦਿਆਂ ਲਾਚੀ ਦੀ ਮਾਂ ਨੂੰ ਵੀ ਅਜਿਹਾ ਮਹਿਸੂਸ ਹੋਇਆ ਸੀ ਕਿ ਜਿਵੇਂ ਜ਼ਹਿਰ ਦਾ ਘੁੱਟ ਪੀ ਰਹੀ ਹੋਵੇ। ਉਹਨੂੰ ਲਾਚੀ ਤੇ ਬੇਹੱਦ ਗੁੱਸਾ ਆਉਂਦਾ ਸੀ, ਪਰ ਉਹ ਮਾਮਨ ਦੀ ਗੱਲ ਵੀ ਬਰਦਾਸ਼ਤ ਨਹੀਂ ਕਰ ਸਕਦੀ ਸੀ। ਮਾਮਨ ਇਹ ਸੁਣ ਕੇ ਚੁੱਪ ਤਾਂ ਹੋ ਗਿਆ, ਪਰ ਉਹਦੇ ਸੀਨੇ 'ਚ ਅੱਗ ਭੜਕ ਰਹੀ ਸੀ। ਉਸ ਅੱਗ ਤੇ ਤੇਲ ਛਿੜਕਦਿਆਂ ਦਮਾਰੂ ਨੇ ਕਿਹਾ, ਜਵਾਨ ਔਰਤ ਤਾਂ ਸੋਨੇ ਦੀ ਖਾਣ ਹੁੰਦੀ ਹੈ ਤੇ ਫਿਰ ਲਾਚੀ ਵੀ ਤਾਂ ਖੂਬਸੂਰਤ ਲੜਕੀ ਹੈ। ਲਾਚੀ ਨੇ ਫੌਰਨ ਕਿਹਾ ਕਿ ਤੂੰ ਮੈਨੂੰ ਕੋਲੇ ਦੀ ਖਾਣ ਸਮਝ ਜਾਂ ਪੱਥਰ ਦੀ ਖਾਣ, ਪਰ ਮੈਂ ਧੰਦਾ ਨਹੀਂ ਕਰਾਂਗੀ। ਤੂੰ ਵਿੱਚ ਨਾ ਬੋਲ, ਮਾਮਨ ਦੀ ਪਤਨੀ ਨੇ ਲਾਚੀ ਨੂੰ ਸਖਤੀ ਨਾਲ ਕਿਹਾ। ਜਾਂ ਮੱਛੀਆਂ ਤਲ ਕੇ ਲੈ ਆ। ਲਾਚੀ ਤੰਬੂ ਦੇ ਇੱਕ ਪਾਸੇ ਮੱਛੀਆਂ ਤਲਣ ਲੱਗੀ। ਅੱਗ ਦੇ ਅੰਗਿਆਰਾਂ ਦੀ ਰੌਸ਼ਨੀ 'ਚ ਹੋਰ ਵੀ ਸੁੰਦਰ ਦਿਖਾਈ ਦੇ ਰਹੀ ਸੀ। ਦਮਾਰੂ ਸਰਦਾਰ ਬਾਰ-ਬਾਰ ਅੱਖ ਬਚਾ ਕੇ ਉਸ ਵੱਲ ਵੇਖ ਲੈਂਦਾ ਸੀ। ਅੱਜ ਦਮਾਰੂ ਸਰਦਾਰ ਬਹੁਤ ਖੁਸ਼ ਸੀ ਕਿਉਂਕਿ ਉਹ ਬਾਰ-ਬਾਰ ਜਿੱਤ ਰਿਹਾ ਸੀ। ਕਾਫੀ ਰਾਤ ਬੀਤ ਚੁੱਕੀ ਸੀ ਤੇ ਠਰਰਾ ਖਤਮ ਹੋ ਗਿਆ ਸੀ। ਹੁਣ ਲਾਚੀ ਦੀਆਂ ਅੱਖਾਂ 'ਚ ਨੀਂਦ ਆ ਰਹੀ ਸੀ ਤੇ ਦੀਵੇ ਦੀ ਲੋ ਮੱਧਮ ਪੈ ਰਹੀ ਸੀ। ਤਾਂ ਉਹਨੇ ਬਾਜ਼ੀ ਚੁੱਕ ਲਈ। ਮਾਮਨ ਦੀ ਪਤਨੀ ਨੇ ਜਦ ਹਿਸਾਬ ਕੀਤਾ ਤਾਂ ਮਾਮਨ 50 ਰੁਪਏ ਹਾਰ ਚੁੱਕਿਆ ਸੀ। ਮਾਮਨ ਨੇ ਆਪਣੀ ਜੇਬ ਫਰੋਲੀ ਤਾਂ ਉਸ 'ਚੋਂ ਸਿਰਫ 10 ਰੁਪਏ ਨਿਕਲੇ। 10 ਸਾਨੇ ਘੱਟ 50। ਦਮਾਰੂ ਨੇ ਸਖਤੀ ਨਾਲ ਕਿਹਾ ਤੇ ਹੱਥ ਫੈਲਾ ਦਿੱਤੇ, ਲਿਆਓ। ਮਾਮਨ ਦੀ ਪਤਨੀ ਉੱਠ ਕੇ ਤੰਬੂ 'ਚ ਚਲੀ ਗਈ ਤੇ ਜਦੋਂ ਵਾਪਸ ਆਈ ਤਾਂ ਉਹਦੇ ਹੱਥਾਂ 'ਚ 3 ਰੁਪਏ ਸਨ। 3 ਰੁਪਏ 10 ਆਨੇ ਘੱਟ 50। ਦਮਾਰੂ ਫਿਰ ਚੀਕਿਆ, ਮੇਰਾ ਦਫ ਲੈ ਲੈ, ਝਾਂਜਰ ਲੈ ਲੈ। ਮਾਮਨ ਦੀ ਪਤਨੀ ਬੋਲੀ। ਦਮਾਰੂ ਹਿਕਾਰਤ ਨਾਲ ਹੱਸਿਆ, ਮੇਰਾ ਖੰਜਰ ਲੈ ਲਓ ਜਿਸ ਤੇ ਚਾਂਦੀ ਦੀ ਹੱਥੀ ਹੈ। ਮੈਂ ਤਾਂ ਸੋਨੇ ਦੇ ਵਾਲਾਂ ਵਾਲੀ ਲਾਚੀ ਲਵਾਂਗਾ, ਸਿਰਫ 50 ਰੁਪਏ 'ਚ। ਨਾਮੁਮਕਿਨ, ਮਾਮਨ ਨੇ ਸਿਰ ਹਿਲਾਉਂਦਿਆਂ ਕਿਹਾ। ਦਮਾਰੂ ਨੇ ਜੇਬ 'ਚੋਂ 50 ਰੁਪਏ ਹੋਰ ਕੱਢੇ ਤੇ ਬੋਲਿਆ, ਉਹ 50 ਰੁਪਏ ਤੈਨੂੰ ਮਾਫ ਕੀਤੇ, 50 ਹੋਰ ਦਿੱਤੇ, ਹੁਣ ਬੋਲ। 100 ਰੁਪਏ ਬਹੁਤ ਹੁੰਦੇ ਨੇ। ਮਾਮਨ ਦਾ ਜੀ ਲਲਚਾ ਗਿਆ। ਉਹਨੇ ਆਪਣੀ ਪਤਨੀ ਵੱਲ ਵੇਖਿਆ। ਪਤਨੀ ਨੇ ਇਨਕਾਰ 'ਚ ਸਿਰ ਹਿਲਾਤਾ। ਮਾਮਨ ਨੇ ਦਮਾਰੂ ਵੱਲ ਵੇਖ ਇਨਕਾਰ 'ਚ ਸਿਰ ਹਿਲਾ ਦਿੱਤਾ। 150। ਦਮਾਰੂ ਨੇ 50 ਹੋਰ ਵਧਾ ਦਿੱਤੇ। 200 ਰੁਪਏ ਹੁਣ ਮਾਮਨ ਦੇ ਸਾਹਮਣੇ ਪਏ ਸੀ। ਉਹਦੇ ਹੱਥਾਂ ਦੀਆਂ ਉਂਗਲਾਂ ਬੇਤਾਵਾ ਹੋਣ ਲੱਗੀਆਂ। ਉਹਨੇ ਬਹੁਤ ਬੇਚੈਨੀ ਤੇ ਬੇਬਸੀ ਅੱਖਾਂ ਨਾਲ ਆਪਣੀ ਪਤਨੀ ਵੱਲ ਵੇਖਿਆ, ਪਰ ਉਹਦੀ ਪਤਨੀ ਨੇ ਇਨਕਾਰ 'ਚ ਸਿਰ ਹਿਲਾ ਦਿੱਤਾ। 250। ਦਮਾਰੂ ਗੁੱਸੇ ਨਾਲ ਚੀਕਿਆ, ਅੱਜ ਤਾਂ ਮੈਂ ਲਾਚੀ ਨੂੰ ਲੈ ਕੇ ਹੀ ਜਾਵਾਂਗਾ। 250 ਦੀ ਰਕਮ ਦੇਖ ਕੇ ਮਾਮਨ ਤੁਰਿਆ ਨਾ ਗਿਆ। ਉਹਨੇ ਹੱਥ ਵਧਾਈ ਦਿੱਤਾ, ਪਰ ਉਹਦੀ ਪਤਨੀ ਨੇ ਫਿਰ ਉਹਦਾ ਹੱਥ ਪਿੱਛੇ ਹਟਾ ਦਿੱਤਾ। ਦਮਾਰੂ ਨੇ ਜੇਬ ਫਰੋਲੀ ਤੇ 100 ਦਾ ਆਖਰੀ ਨੋਟ ਕੱਢ ਲਿਆ। 100 ਦਾ ਆਖਰੀ ਨੋਟ ਵੇਖ ਕੇ ਮਾਮਨ ਤੇ ਉਹਦੀ ਪਤਨੀ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਦਮਾਰੂ ਉਹਨਾਂ ਦੇ ਕਬੀਲੇ ਦਾ ਸਰਦਾਰ ਸੀ, ਪਰ ਇਹ ਪਤਾ ਨਹੀਂ ਸੀ ਕਿ ਉਹ ਇੰਨਾ ਅਮੀਰ ਹੈ। ਉਹ ਤਾਂ ਬਿਲਕੁਲ ਉਹਨਾਂ ਵਰਗਾ ਹੀ ਦਿਖਾਈ ਦਿੰਦਾ ਸੀ। ਮਾਮਨ ਦੀ ਪਤਨੀ ਨੇ ਹਥਿਆਰ ਸੁੱਟ ਦਿੱਤੇ। ਮਾਮਨ ਨੇ 350 ਰੁਪਏ ਦੇ ਨੋਟ ਚੁੱਕ ਕੇ ਆਪਣੀ ਵਾਸਕਟ ਦੀ ਜੇਬ 'ਚ ਪਾ ਲਏ। ਪਿੱਛੇ ਕਿਸੇ ਦੀ ਆਵਾਜ਼ ਆਈ, ਠਹਿਰੋ। ਘੁੰਮ ਕੇ ਦੇਖਿਆ ਤਾਂ ਲਾਚੀ ਦਾ ਬਾਪ ਰਿੱਗੀ ਖੜਾ ਸੀ। ਉਹਦੀਆਂ ਤਾਂਬੇ ਰੰਗੀਆਂ ਗੱਲਾਂ ਉੱਪਰ ਇੱਕ ਮਤਲਬੀ ਹਾਸੀ ਝਲਕ ਰਹੀ ਸੀ। ਆਪਣੇ ਵੱਲ ਸਭ ਦਾ ਧਿਆਨ ਹੋਣ ਤੇ ਉਹ ਬੋਲਿਆ, ਸੌਦਾ ਤਾਂ ਚੰਗਾ ਹੋਇਆ ਕਵਲੀ। ਰਿੱਗੀ ਨੇ ਵਿਅੰਗ ਭਰਪੂਰ ਲਹਿਜੇ 'ਚ ਆਪਣੀ ਪਹਿਲੀ ਪਤਨੀ ਵੱਲ ਵੇਖ ਕੇ ਕਿਹਾ। ਬਾਪ ਆਪਣੀ ਬੀਵੀ ਨੂੰ 70 ਰੁਪਏ 'ਚ ਹਾਰ ਗਿਆ।
ਤੇ ਬੀਵੀ ਨੇ ਆਪਣੀ ਬੇਟੀ ਦੇ 350 ਰੁਪਏ ਵਸੂਲ ਕਰ ਲਏ। ਫੇਰ ਮਾਮਨ ਦੀ ਪਤਨੀ ਜ਼ੋਰ ਨਾਲ ਚੀਖੀ। ਉਹਦੀਆਂ ਅੱਖਾਂ 'ਚ ਇੱਕ ਖਤਰਨਾਕ ਚੈਲੰਜ ਸੀ। ਰਿੱਗੀ ਨੇ ਬੜੀ ਨਰਮੀ ਨਾਲ ਕਿਹਾ, ਮੈਂ ਲਾਚੀ ਦਾ ਬਾਪ ਹਾਂ, ਠੀਕ ਹੈ? ਮੈਂ ਉਹਦੀ ਪਰਵਰਿਸ਼ ਨਹੀਂ ਕੀਤੀ, ਪਰ ਉਹਦੀਆਂ ਰਗਾਂ 'ਚ ਖੂਨ ਤਾਂ ਮੇਰਾ ਹੈ। ਕੌਣ ਕਹਿੰਦਾ? ਮਾਮਨ ਦੀ ਪਤਨੀ ਜ਼ੋਰ ਨਾਲ ਹੱਸੀ। ਰਿੱਗੀ ਨੇ ਸੁਣੀ ਅਨਸੁਣੀ ਕਰਕੇ ਕਿਹਾ, ਮੈਨੂੰ ਮੇਰਾ ਹਿੱਸਾ ਮਿਲਣਾ ਚਾਹੀਦਾ। ਲੈ 20 ਰੁਪਏ ਤੂੰ ਵੀ ਲੈ। ਦਮਾਰੂ ਨੇ ਆਪਣੀ ਜੇਬ 'ਚੋਂ 20 ਰੁਪਏ ਦਿੰਦੇ ਹੋਏ ਕਿਹਾ। ਉਹ ਲਾਚੀ ਦੇ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਝਗੜਾ ਨਹੀਂ ਕਰਨਾ ਚਾਹੁੰਦਾ ਸੀ। ਰਿੱਗੀ ਨੇ 20 ਰੁਪਏ ਆਪਣੀ ਜੇਬ 'ਚ ਪਾ ਲਏ ਤੇ ਦਮਾਰੂ ਵੱਲ ਸ਼ੱਕੀ ਨਜ਼ਰਾਂ ਨਾਲ ਵੇਖ ਕੇ ਕਿਹਾ, ਇੰਨੇ ਰੁਪਈਏ ਤਾਂ ਖਾਨਾ ਬਦੋਸ਼ ਦੀ ਮਲਿਕਾ ਕੋਲ ਵੀ ਨਹੀਂ ਹੋਣੇ, ਤੈਨੂੰ ਕਿੱਥੋਂ ਮਿਲੇ? ਜਾਲੀ ਤਾਂ ਨਹੀਂ? ਦਮਾਰੂ ਨੇ ਜਵਾਬ 'ਚ ਬੜੀ ਨਾਲ ਕਿਹਾ, ਜਿਵੇਂ ਜੀ ਕਰੇ ਵਿਖਾ ਕੇ ਤਸੱਲੀ ਕਰ ਲੈ। ਜ਼ਿਆਦਾ ਪੁੱਛਣ ਦਾ ਤੈਨੂੰ ਕੋਈ ਹੱਕ ਨਹੀਂ। ਨਹੀਂ ਸਰਦਾਰ, ਰਿੱਗੀ ਨੇ ਇੱਕਦਮ ਬੜੀ ਹਲੀਮੀ ਨਾਲ ਕਿਹਾ। ਤਾਂ ਸੌਦਾ ਪੱਕਾ? ਦਮਾਰੂ ਨੇ ਇੱਕ ਵਾਰ ਫੇਰ ਸਭ ਨੂੰ ਪੁੱਛਿਆ। ਪੱਕਾ। ਸਭ ਨੇ ਹਾਮੀ ਭਰ ਦਿੱਤੀ। ਇਸ ਤੋਂ ਬਾਅਦ ਦੋਨੋਂ ਖਾਨਾ ਬਦੋਸ਼ਾਂ ਨੇ ਇੱਕ ਦੂਜੇ ਨੂੰ ਗਲਵੱਕੜੀ ਪਾ ਲਈ। ਦਮਾਰੂ ਨੇ ਮਾਮਨ ਦੀ ਪਤਨੀ ਦਾ ਹੱਥ ਚੁੰਮ ਕੇ ਕਿਹਾ, ਯਾਦ ਹੈ ਮੈਂ ਤੇਰੇ ਤੇ ਆਸ਼ਿਕ ਸੀ, ਪਰ ਤੇਰੇ ਬਾਪ ਨੇ ਤੈਨੂੰ ਮੇਰੇ ਹੱਥ ਨਹੀਂ ਵੇਚਿਆ, ਰਿੱਗੀ ਨੂੰ ਦੇ ਦਿੱਤਾ। ਕੁਝ ਸਮੇਂ ਬਾਅਦ ਦਮਾਰੂ ਨੇ ਮਾਮਨ ਦੀ ਪਤਨੀ ਨੂੰ ਪੁੱਛਿਆ, ਲਾਚੀ ਕਿੱਥੇ ਹੈ? ਤੰਬੂ 'ਚ ਸੌਂ ਰਹੀ ਹੋਏਗੀ। ਦਮਾਰੂ ਲਈ ਹੁਣ ਸਭ ਤੋਂ ਵੱਡੀ ਸਮੱਸਿਆ ਸਾਹਮਣੇ ਸੀ। ਰਸਮ ਰਿਵਾਜ ਅਨੁਸਾਰ ਹੁਣ ਉਹਨੂੰ ਤੰਬੂ 'ਚ ਵੜ ਕੇ ਲਾਚੀ ਨੂੰ ਬਾਹਾਂ ਚੁੱਕ ਕੇ ਆਪਣੇ ਤੰਬੂ 'ਚ ਲੈ ਜਾਣਾ ਸੀ। ਤੇ ਲਾਚੀ ਕੋਈ ਦੁਬਲੀ ਪਤਲੀ ਨਾਜ਼ੁਕ ਰਾਜਕੁਮਾਰੀ ਨਹੀਂ ਸੀ। ਮਜ਼ਬੂਤ ਜਿਸਮ ਵਾਲੀ ਹੱਟੀ ਕੱਟੀ ਲੜਕੀ ਸੀ ਤੇ ਉਹ ਹੁਣ ਬੁੱਢਾ ਹੋ ਚੁੱਕਿਆ ਸੀ। ਉਹਨੂੰ ਆਵਾਜ਼ ਦੇ ਕੇ ਜਗਾ ਲਓ ਜਾਂ ਉਹਨੂੰ ਜਗਾ ਕੇ ਬਾਹਰ ਲੈ ਆਓ ਤੇ ਉਹਨੂੰ ਸਾਰੀਆਂ ਗੱਲਾਂ ਦੱਸ ਦਿਓ, ਦਮਾਰੂ ਕਮਜ਼ੋਰ ਜਿਹੀ ਆਵਾਜ਼ 'ਚ ਬੋਲਿਆ। ਰਿੱਗੀ ਨੇ ਸ਼ੇਰ ਲਹਿਜੇ 'ਚ ਕਿਹਾ, ਇਹ ਗਲਤ ਗੱਲ ਹੈ, ਰਸਮ ਤਾਂ ਪੂਰੀ ਕਰਨੀ ਪਏਗੀ। ਤੰਬੂ ਦੇ ਅੰਦਰ ਘੁਸ ਕੇ ਕੁੜੀ ਨੂੰ ਜਗਾਓ, ਉਹ ਵਿਰੋਧ ਕਰੇ ਤਾਂ ਉਹਦਾ ਮੁਕਾਬਲਾ ਕਰੋ। ਉਹਨੇ ਆਪਣੀਆਂ ਬਾਹਾਂ ਚੁੱਕ ਕੇ ਆਪਣੇ ਤੰਬੂ ਤੱਕ ਲੈ ਜਾਓਗੇ ਤਾਂ ਕੁੜੀ ਤੁਹਾਡੀ ਹੈ, ਵਰਨਾ। ਪਰ ਮਾਮਨ ਨੇ ਰਿੱਗੀ ਦੀ ਸ਼ਰਾਰਤ ਨੂੰ ਤਾੜ ਲਿਆ। ਮਾਮਨ ਕਿਸੇ ਵੀ ਤਰ੍ਹਾਂ ਦੇ ਝਗੜੇ ਨਹੀਂ ਚਾਹੁੰਦਾ ਸੀ। ਲਾਚੀ ਧੰਦਾ ਤਾਂ ਕਰਦੀ ਨਹੀਂ ਸੀ, ਜਿੰਨਾ ਕਮਾਉਂਦੀ ਸੀ ਆਪਣੇ ਆਪ ਤੇ ਖਰਚ ਕਰਦੀ ਸੀ। ਅਜਿਹੀ ਘੋੜੀ ਤੋਂ ਕੀ ਫਾਇਦਾ ਜੋ ਪੁੱਠੇ ਤੇ ਹੱਥ ਨਾ ਰੱਖਣ ਦੇਵੇ ਪਰ ਘਾਹ ਖਾਂਦੀ ਰਵੇ। ਅਜਿਹੀ ਖੂਬਸੂਰਤੀ ਨੂੰ ਲੈ ਕੇ ਚੱਟਣਾ? ਚੰਗਾ ਹੋਇਆ ਉਹਨੇ ਲੌਂਡੀਆ ਦੇ 350 ਵਸੂਲ ਪਾ ਲਏ, ਪਰ ਜੇ ਉਹ ਪੰਜਾਬ ਵਿੱਚ ਵੀ ਜਾਂਦੀ ਤਾਂ ਸੌਦਾ ਬੁਰਾ ਨਹੀਂ ਸੀ। ਇਸ ਲਈ ਮਾਮਨ ਨੇ ਦਮਾਰੂ ਨੂੰ ਤਸੱਲੀ ਦੇ ਕੇ ਕਿਹਾ, ਮੈਂ ਤੇਰੇ ਨਾਲ ਤੰਬੂ ਦੇ ਅੰਦਰ ਚੱਲਦਾ, ਵੇਖਦਾ ਕਦੋਂ ਤੋਂ ਸੂਰ ਦੀ ਬੱਚੀ। ਮਾਮਨ ਤੇ ਦਮਾਰੂ ਦੋਵੇਂ ਇਕੱਠੇ ਮੁੜ ਕੇ ਤੰਬੂ ਵੱਲ ਵਧੇ ਤੇ ਦੂਜੇ ਹੀ ਪਲ ਦੋਵੇਂ ਇਕੱਠੇ ਡਰ ਕੇ ਖੜੇ ਹੋ ਗਏ। ਤੰਬੂ ਦਾ ਝੂਲਦਾ ਹੋਇਆ ਪੱਲਾ ਚੁੱਕ ਲਾਚੀ ਬਾਹਰ ਆ ਗਈ। ਉਹਦੇ ਹੱਥਾਂ 'ਚ ਚਾਂਦੀ ਦੀ ਹੱਥੀ ਵਾਲਾ ਖੰਜਰ ਸੀ ਤੇ ਉਹਦੀਆਂ ਸਬਜ਼ ਗਹਿਰੀਆਂ ਅੱਖਾਂ ਸਮੁੰਦਰ ਵਾਂਗ ਬਿਫਰੀਆਂ ਹੋਈਆਂ ਸਨ। ਅਧਿਆਇ ਤੀਸਰਾ। ਕਿਸਨੇ ਵੇਚਿਆ ਮੈਨੂੰ? ਲਾਚੀ ਨੇ ਹੱਥ ਵਿੱਚ ਖੰਜਰ ਚੁੱਕ ਕੇ ਕਿਹਾ। ਰਿੱਗੀ, ਮਾਮਨ ਤੇ ਦਮਾਰੂ ਤਿੰਨੇ ਚੁੱਪ ਰਹੇ। ਰਿੱਗੀ ਨੇ ਆਪਣੇ ਪੈਰ ਇੱਧਰ ਉੱਧਰ ਕੀਤੇ। ਮਾਮਨ ਨੇ ਆਪਣੀਆਂ ਅੱਖਾਂ ਫੇਰ ਲਈਆਂ। ਦਮਾਰੂ ਬਿਲਕੁਲ ਬੇਬਸ ਹੋ ਕੇ ਲਾਚੀ ਵੱਲ ਵੇਖਦਾ ਰਿਹਾ, ਪਰ ਤਿੰਨਾਂ 'ਚੋਂ ਕੋਈ ਨਾ ਬੋਲਿਆ। ਲਾਚੀ ਦੀ ਮਾਂ ਨੇ ਕਿਹਾ, ਔਰਤ, ਘੋੜੀ ਤੇ ਜ਼ਮੀਨ ਹਮੇਸ਼ਾ ਵਿਕਦੀਆਂ ਨੇ। ਤੈਨੂੰ ਸਰਦਾਰ ਦਮਾਰੂ ਨੇ ਖਰੀਦ ਲਿਆ। ਲਾਚੀ, ਮੈਂ ਤੇਰੇ ਲਈ 350 ਰੁਪਏ ਦਿੱਤੇ ਹਨ। ਦਮਾਰੂ ਇੱਕਦਮ ਅੱਗੇ ਵਧ ਕੇ ਲਾਚੀ ਨੂੰ ਬੋਲਿਆ। ਖਬਰਦਾਰ ਜੇ ਮੇਰੇ ਵੱਲ ਵਧਿਆ। ਲਾਚੀ ਨੇ ਉੱਥੋਂ ਹੀ ਖੰਜਰ ਲਹਿਰਾਉਂਦਿਆਂ ਕਿਹਾ। ਦਮਾਰੂ ਪਿੱਛੇ ਹਟ ਗਿਆ। ਲਾਚੀ ਨੇ ਮਾਂ ਨੂੰ ਕਿਹਾ, ਮਾਂ ਸਰਦਾਰ ਦੇ ਪੈਸੇ ਮੋੜ ਦੇ। ਮਾਂ ਜ਼ੋਰ ਨਾਲ ਹੱਸੀ। ਉਹਦਾ ਹਾਸਾ ਤੀਰ ਵਾਂਗ ਲਾਚੀ ਦੇ ਸੀਨੇ 'ਚ ਉਤਰ ਗਿਆ। ਲਾਚੀ 2 ਕਦਮ ਅੱਗੇ ਆਈ, ਫਿਰ 2 ਕਦਮ ਹੋਰ ਵਧੀ, ਫਿਰ ਕੁਝ ਸੋਚ ਕੇ ਅੱਗੇ ਵਧਦਿਆਂ ਦਮਾਰੂ ਦੇ ਬਿਲਕੁਲ ਨੇੜੇ ਚਲੀ ਗਈ। ਖੰਜਰ ਹੁਣ ਵੀ ਉਹਦੇ ਹੱਥਾਂ 'ਚ ਸੀ। ਖੰਜਰ ਨੂੰ ਉਹਦੇ ਮੂੰਹ ਦੇ ਨੇੜੇ ਕਰਕੇ ਬੋਲੀ, ਜੇਕਰ ਹਿੰਮਤ ਹੈ ਤਾਂ ਮੈਨੂੰ ਚੁੱਕ ਕੇ ਲੈ ਜਾ। ਮੈਂ ਆਪ ਨਹੀਂ ਜਾਵਾਂਗੀ, ਕਿਉਂਕਿ ਮੈਨੂੰ ਤੇਰਾ ਇਹ ਸ਼ੁਤਰ ਮੁਰਗ ਵਰਗੀ ਲੰਬੀ ਨੱਕ ਵਾਲਾ ਚਿਹਰਾ ਪਸੰਦ ਨਹੀਂ। ਦਮਾਰੂ ਨੇ ਫੁਰਤੀ ਨਾਲ ਲਾਚੀ ਨੂੰ ਆਪਣੀਆਂ ਬਾਹਾਂ 'ਚ ਚੁੱਕ ਲਿਆ ਤੇ ਆਪਣੇ ਤੰਬੂ ਵੱਲ ਲੈ ਤੁਰਿਆ। ਲਾਚੀ ਉਹਦੀਆਂ ਬਾਹਾਂ 'ਚ ਤੜਫ ਉੱਠੀ। ਉਹਦਾ ਖੰਜਰ ਹਵਾ 'ਚ ਲਹਿਰਾਇਆ। ਖੰਜਰ ਇੰਨਾ ਕਰੀਬ ਸੀ ਕਿ ਦਮਾਰੂ ਸਰਦਾਰ ਦੇ ਸੀਨੇ 'ਚ ਉਤਰ ਜਾਂਦਾ, ਪਰ ਉਸੇ ਵਕਤ ਦਮਾਰੂ ਨੇ ਆਪਣੀਆਂ ਬਾਹਾਂ ਛੁਡਾ ਲਈਆਂ ਤੇ ਲਾਚੀ ਧੜਮ ਕਰਕੇ ਜ਼ਮੀਨ ਤੇ ਡਿੱਗ ਪਈ। ਖੰਜਰ ਹੱਥੀਂ ਤੱਕ ਜ਼ਮੀਨ 'ਚ ਧਸ ਗਿਆ। ਮਾਮਨ ਨੇ ਭੱਜ ਕੇ ਖੰਜਰ ਕੱਢਿਆ ਤੇ ਆਪਣੇ ਕਬਜ਼ੇ 'ਚ ਲੈ ਲਿਆ। ਜਦ ਲਾਚੀ ਖੰਜਰ ਲੈਣ ਲਈ ਅੱਗੇ ਵਧੀ ਤਾਂ ਮਾਮਨ ਨੇ ਜ਼ੋਰ ਨਾਲ ਉਹਦੇ ਇੱਕ ਥੱਪੜ ਮਾਰਿਆ, ਜੋ ਲਾਚੀ ਦੀ ਗਰਦਨ ਤੇ ਲੱਗਾ ਤੇ ਲਾਚੀ ਘੁੰਮ ਕੇ ਦਮਾਰੂ ਤੇ ਜਾ ਗਿਰੀ, ਜਿਸ ਨੇ ਫਿਰ ਉਹਨੂੰ ਆਪਣੀਆਂ ਮਜ਼ਬੂਤ ਬਾਹਾਂ 'ਚ ਘੁੱਟ ਲਿਆ। ਪਰ ਲਾਚੀ ਨੇ ਫੁਰਤੀ ਨਾਲ ਨਟਣੀਆਂ ਵਾਂਗ ਉਹ ਤੋਂ ਆਪਣੇ ਆਪ ਨੂੰ ਛੁਡਵਾਇਆ ਤੇ ਭੱਜਣ ਲੱਗੀ।
ਦੁਮਾਰੂ ਨੇ ਫੇਰ ਉਹਨੂੰ ਫੜ ਲਿਆ ਤੇ 2 ਮੁੱਕੇ ਮਾਰ ਕੇ ਉਹਨੂੰ ਜ਼ਮੀਨ ਤੇ ਸੁੱਟ ਦਿੱਤਾ। ਫਿਰ ਗੁੱਸੇ 'ਚ ਉਹਦੇ ਵਾਲ ਫੜ ਕੇ ਉਹਨੂੰ ਜ਼ਮੀਨ ਤੇ ਘਸੀਟਣ ਲੱਗਿਆ। ਲਾਚੀ ਨੇ ਜ਼ੋਰ ਨਾਲ ਉਹਦਾ ਗੁੱਟ ਫੜ ਕੇ ਉਹਨੂੰ ਆਪਣੇ ਵੱਲ ਖਿੱਚਿਆ ਤਾਂ ਦੁਮਾਰੂ ਦੂਰਾ ਹੋ ਕੇ ਲਾਚੀ ਤੇ ਗਿਰ ਪਿਆ। ਲਾਚੀ ਲਚਕ ਖਾ ਕੇ ਅਲੱਗ ਹੋ ਗਈ ਤੇ ਤੇਜ਼ੀ ਨਾਲ ਉੱਠ ਖੜੋਤੀ ਤੇ ਆਪਣੇ ਦੋਵੇਂ ਹੱਥ ਲੱਕ ਤੇ ਰੱਖ ਕੇ ਬੋਲੀ, ਆਓ ਮੇਰੇ ਸਰਦਾਰ, ਮੈਨੂੰ ਚੁੱਕ ਕੇ ਲੈ ਚੱਲੋ। ਦੁਮਾਰੂ ਦੀ ਕੋਹਣੀ 'ਚ ਮੋਚ ਆ ਗਈ ਸੀ। ਉਹਦੇ ਸਾਹ ਵੀ ਫੁੱਲ ਗਏ ਸਨ, ਪਰ ਉਹ ਗੁੱਸੇ 'ਚ ਭਰਿਆ ਪਿਆ ਸੀ। ਉਹ ਫੇਰ ਅੱਗੇ ਵਧਿਆ। ਅਜੀਬ ਗੱਲ ਇਹ ਹੋਈ ਕਿ ਇਸ ਵਾਰ ਲਾਚੀ ਨੇ ਕੋਈ ਵਿਰੋਧ ਨਾ ਕੀਤਾ। ਦੁਮਾਰੂ ਨੇ ਇੱਕ ਫੁੱਲ ਵਾਂਗ ਉਹਨੂੰ ਚੁੱਕ ਲਿਆ ਤੇ ਉਹਨੂੰ ਆਪਣੇ ਤੰਬੂ ਵੱਲ ਲੈ ਜਾਣ ਲੱਗਿਆ। ਅਜੇ 2-4 ਕਦਮ ਨਹੀਂ ਗਿਆ ਕਿ ਲਾਚੀ ਉਹਦੀਆਂ ਬਾਹਾਂ 'ਚੋਂ ਇਉਂ ਨਿਕਲ ਗਈ ਜਿਵੇਂ ਪੌਣੀ 'ਚੋਂ ਪਾਣੀ ਨਿਕਲ ਜਾਂਦਾ ਹੈ। ਲਾਚੀ ਫੇਰ ਜ਼ਮੀਨ ਤੇ ਗਿਰੀ ਤੇ ਬਿਲਕੁਲ ਬੇਬਸ ਨਜ਼ਰਾਂ ਨਾਲ ਦੁਮਾਰੂ ਨੂੰ ਵੇਖ ਰਹੀ ਸੀ। ਦੁਮਾਰੂ ਨੇ ਫੇਰ ਹਿੰਮਤ ਕਰਕੇ ਉਹਨੂੰ ਆਪਣੀਆਂ ਬਾਹਾਂ 'ਚ ਚੁੱਕ ਲਿਆ। ਅੱਧਾ ਰਸਤਾ ਤੈਅ ਕਰਦਿਆਂ ਹੀ ਫੇਰ ਲਾਚੀ ਉਹਦੀਆਂ ਬਾਹਾਂ 'ਚੋਂ ਫਿਸਲ ਗਈ ਤੇ ਆਪਣੇ ਤੰਬੂ ਵੱਲ ਭੱਜ ਗਈ। ਦੁਮਾਰੂ ਉਹਦੇ ਪਿੱਛੇ ਭੱਜਿਆ। ਤੰਬੂ ਦੇ ਨਜ਼ਦੀਕ ਜਾ ਕੇ ਫੇਰ ਉਹਨੇ ਲਾਚੀ ਨੂੰ ਫੜ ਲਿਆ, ਪਰ ਲਾਚੀ ਨੇ ਫੇਰ ਜ਼ਰਾ ਝੁੱਕ ਕੇ ਉਹਨੂੰ ਲੱਤਾਂ ਵਿੱਚੋਂ ਜੋ ਪਲਟੀ ਦਿੱਤੀ, ਉਸ ਨਾਲ ਦੂਜੇ ਹੀ ਪਲ ਦੁਮਾਰੂ ਦਾ ਮੂੰਹ ਜ਼ਮੀਨ ਤੇ ਜਾ ਪਿਆ ਤੇ ਉਹਦੀਆਂ ਲੱਤਾਂ ਹਵਾ 'ਚ ਸੀ। ਫਿਰ ਉਹ ਕੱਪੜੇ ਝਾੜਦਾ ਹੋਇਆ ਤੇ ਇੱਕ ਪਾਗਲ ਹਫਦੇ ਹੋਏ ਬੂਝਣੇ ਵਾਂਗ ਚੀਖਦਾ ਹੋਇਆ ਲਾਚੀ ਤੇ ਹਮਲਾਵਰ ਹੋਇਆ। ਲਾਚੀ ਨੇ ਫੇਰ ਉਹਨੂੰ ਪਲਟੀ ਦੇ ਦਿੱਤੀ। ਹੁਣ ਉਹਦਾ ਸਾਹ ਉਖੜ ਚੁੱਕਿਆ ਸੀ। ਆਖਰੀ ਵਾਰ ਪਲਟੀ ਖਾ ਕੇ ਉਸ ਤੋਂ ਜ਼ਮੀਨ ਉੱਤੋਂ ਉੱਠਿਆ ਵੀ ਨਾ ਗਿਆ। ਜ਼ਮੀਨ ਤੇ ਪਿਆ ਪਿਆ ਹਫਦਾ ਰਿਹਾ। ਲਾਚੀ ਨੇ ਅੱਗੇ ਵੱਧ ਕੇ ਉਹਨੂੰ ਬਾਹਾਂ ਤੋਂ ਫੜ ਲਿਆ, ਫਿਰ ਖੁਦ ਉਹਦੇ ਕਦਮਾਂ 'ਚ ਬੈਠ ਗਈ ਤੇ ਬੜੇ ਨਾਟਕੀ ਅੰਦਾਜ਼ ਵਿੱਚ ਆਪਣੇ ਦੋਵੇਂ ਹੱਥ ਉਸ ਵੱਲ ਵਧਾ ਕੇ ਬੋਲੀ, ਮੇਰੇ ਸਰਦਾਰ, ਮੈਨੂੰ ਆਪਣੇ ਤੰਬੂ 'ਚ ਲੈ ਜਾ। ਦੁਮਾਰੂ ਨੇ ਉਹਨੂੰ ਜ਼ੋਰ ਨਾਲ ਲੱਤ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਲੱਤ ਖਾਣ ਤੋਂ ਪਹਿਲਾਂ ਹੀ ਲਾਚੀ ਉੱਥੇ ਹੀ ਜ਼ਮੀਨ ਤੇ ਦੂਰੀ ਹੋ ਗਈ ਤੇ ਰਿੜਦੀ ਹੋਈ ਦੁਮਾਰੂ ਤੋਂ ਹੋਰ ਦੂਰ ਹੋ ਗਈ। ਦੁਮਾਰੂ ਆਪਣੀ ਹੀ ਲੱਤ ਦੇ ਝਟਕੇ ਨਾਲ ਫੇਰ ਜ਼ਮੀਨ ਤੇ ਆ ਡਿੱਗਾ। ਲਾਚੀ ਉੱਚੀ ਉੱਚੀ ਹੱਸਦੀ ਹੋਈ ਖੜੀ ਹੋ ਗਈ ਤੇ ਹੁਣ ਤਾਂ ਸਰਦਾਰ ਦੀ ਹਾਲਤ ਵੇਖ ਕੇ ਮਾਮਨ ਤੇ ਉਹਦੀ ਪਤਨੀ ਤੋਂ ਵੀ ਰਿਹਾ ਨਾ ਗਿਆ। ਉਹ ਵੀ ਜ਼ੋਰ-ਜ਼ੋਰ ਨਾਲ ਹੱਸਣ ਲੱਗੇ। ਦੁਮਾਰੂ ਨੂੰ ਵੀ ਬਹੁਤ ਗੁੱਸਾ ਆਇਆ। ਬੋਲਿਆ, ਮਾਮਨ, ਤੁਸੀਂ ਇਸ ਔਰਤ ਨੂੰ 350 ਦੇ ਇਵਜ਼ 'ਚ ਵੇਚਿਆ। ਜਾਂ ਤਾਂ ਕੁੜੀ ਮੇਰੇ ਹਵਾਲੇ ਕਰ ਦਿਓ ਜਾਂ ਮੇਰਾ ਪੈਸਾ ਮੈਨੂੰ ਵਾਪਸ ਕਰ ਦਿਓ। ਮਾਮਨ ਬੋਲਿਆ, ਰੁਪਏ ਨਹੀਂ ਮਿਲ ਸਕਦੇ। ਮਾਮਨ ਦੀ ਪਤਨੀ ਬੋਲੀ, ਕੁੜੀ ਮਿਲ ਜਾਏਗੀ, ਥੋੜਾ ਸਬਰ ਕਰੋ। ਲਾਚੀ ਬੋਲੀ, ਰੁਪਈਏ ਮਿਲ ਜਾਣਗੇ, ਮੇਰਾ ਖਿਆਲ ਛੱਡ ਦੇ। ਦੁਮਾਰੂ ਦਾ ਬੰਦ ਦੁਖ ਰਿਹਾ ਸੀ। ਉਹਨੇ ਦਰਦ ਨਾਲ ਤੜਫਦਿਆਂ ਕਿਹਾ, ਤੇਰੇ ਖਿਆਲ ਦੀ ਐਸੀ ਤੈਸੀ, ਮੇਰੇ ਰੁਪਈਏ ਮੋੜ। ਮਾਮਨ ਦੀ ਪਤਨੀ ਬੋਲੀ, ਰੁਪਈਏ ਨਹੀਂ ਮਿਲਣੇ ਤਾਂ ਕੁੜੀ ਦਿਓ। ਕੁੜੀ ਵੀ ਨਹੀਂ ਮਿਲੇਗੀ, ਲਾਚੀ ਬੋਲੀ। ਤਾਂ ਰੁਪਈਏ ਦਿਓ, ਦੁਮਾਰੂ ਬੋਲਿਆ। ਨਹੀਂ ਤਾਂ ਮੈਂ ਮਾਮਲਾ ਪੰਚਾਇਤ 'ਚ ਰੱਖਾਂਗਾ ਤੇ ਤੁਹਾਨੂੰ ਬਰਾਦਰੀ 'ਚੋਂ ਖਾਰਜ ਕਰਾ ਦਾਂਗਾ। ਸ਼ਹਿਰਾਂ 'ਚ ਅੱਜ ਕੱਲ੍ਹ ਕਿਸੇ ਦਾ ਬਰਾਦਰੀ 'ਚੋਂ ਖਾਰਜ ਹੋਣਾ ਕੋਈ ਕਹਿਰ ਦੀ ਗੱਲ ਨਹੀਂ ਹੈ, ਪਰ ਕਿਸੇ ਖਾਨਾ ਬਦੋਸ਼ ਦੇ ਲਈ ਕਬੀਲੇ ਤੋਂ ਅਲੱਗ ਹੋਣਾ ਕਿਸੇ ਕਿਆਮਤ ਤੋਂ ਘੱਟ ਨਹੀਂ। ਮਾਮਨ ਕੰਬ ਗਿਆ। ਉਹਨੇ ਆਪਣੀ ਪਤਨੀ ਨੂੰ ਕਿਹਾ, ਰੁਪਈਏ ਮੋੜ ਦੇਣੇ ਚਾਹੀਦੇ ਹਨ। ਲਾਚੀ ਦੀ ਮਾਂ ਬੋਲੀ, ਹਰਗਿਜ਼ ਨਹੀਂ। ਇਸ ਕੁੱਤੀ ਲਈ ਫਿਰ 350 ਕਿੱਥੋਂ ਮਿਲਣਗੇ? ਲਾਚੀ ਨੇ ਆਪਣੀ ਮਾਂ ਵੱਲ ਵੇਖਿਆ ਤੇ ਕਿਹਾ, ਮੈਂ ਤੇਰੀ ਬੇਟੀ ਆ ਮਾਂ। ਲਾਚੀ ਦੀ ਮਾਂ ਬੋਲੀ, ਕੁਛ ਵੀ ਹੋ ਜਾਏ, ਰੁਪਈਏ ਦੁਮਾਰੂ ਨੂੰ ਨਹੀਂ ਮਿਲਣਗੇ। ਅਸੀਂ ਕੁੜੀ ਵੇਚ ਦਿੱਤੀ। ਸ਼ਰੀਫਾਂ ਵਿੱਚ ਜਦ ਸੌਦਾ ਹੋ ਜਾਂਦਾ ਹੈ ਤਾਂ ਵਾਪਸ ਨਹੀਂ ਹੁੰਦਾ। ਸੌਦਾ ਹੈ। ਹਾਂ, ਇਹ ਤਾਂ ਠੀਕ ਹੈ, ਸੌਦਾ ਹੈ, ਮਾਮਨ ਬੋਲਿਆ। ਅਸੀਂ ਕੁੜੀ ਵੇਚ ਦਿੱਤੀ, ਤੁਸੀਂ ਕੁੜੀ ਲੈ ਜਾਓ, ਪਰ ਮੈਂ ਲਾਚੀ ਨੂੰ ਕਿਵੇਂ ਲੈ ਜਾਵਾਂ? ਦੁਮਾਰੂ ਇੱਕ ਅਜੀਬ ਬੇਬਸੀ ਦੇ ਆਲਮ 'ਚ ਬੋਲਿਆ। ਲਾਚੀ ਉੱਚੀ ਉੱਚੀ ਹੱਸ ਪਈ। ਹੱਸਦਿਆਂ ਦੂਰੀ ਹੋ ਗਈ। ਦੁਮਾਰੂ ਦੀ ਨਕਲ ਕਰਦਿਆਂ ਬੋਲੀ, ਜਿਵੇਂ ਵੀ ਹੋਵੇ ਮੈਨੂੰ ਲੈ ਜਾਓ ਮੇਰੇ ਸਰਦਾਰ। ਸੂਰ ਦੀਏ ਬੱਚੀਏ, ਦੁਮਾਰੂ ਗੁੱਸੇ ਨਾਲ ਬੋਲਿਆ। ਸੂਰ ਦਾ ਬੱਚਾ, ਲਾਚੀ ਬਹੁਤ ਪਿਆਰ ਨਾਲ ਬੋਲੀ। ਦੁਮਾਰੂ ਕੁਝ ਕਹਿੰਦਾ ਰੁਕ ਗਿਆ। ਆਖਰਕਾਰ ਉਹ ਆਪਣੇ ਆਪ ਤੇ ਜ਼ਬਰ ਕਰਕੇ ਲਾਚੀ ਦੇ ਬਿਲਕੁਲ ਕੋਲ ਗਿਆ ਤੇ ਬਹੁਤ ਸੰਜੀਦਗੀ ਨਾਲ ਉਹਨੂੰ ਕਹਿਣ ਲੱਗਾ, ਮੈਂ ਤੇਰੇ ਤੇ ਇਹਦਾ ਫੈਸਲਾ ਛੱਡਦਾ। ਤੂੰ ਫੈਸਲਾ ਕਰ, ਮੈਨੂੰ ਕੀ ਮਿਲਣਾ ਚਾਹੀਦਾ, ਲਾਚੀ ਜਾਂ 350 ਰੁਪਈਏ? ਜੋ ਫੈਸਲਾ ਕਰੇਂਗੀ ਮੈਨੂੰ ਮਨਜ਼ੂਰ ਹੋਏਗਾ। ਲਾਚੀ ਦੀਆਂ ਗਹਿਰੀਆਂ ਸਬਜ਼ ਹੱਸਦੀਆਂ ਹੋਈਆਂ ਅੱਖਾਂ ਇੱਕਦਮ ਸੰਜੀਦਾ ਹੋ ਗਈਆਂ। ਉਹਨੇ ਆਪਣੀ ਮਾਂ ਤੇ ਚਾਚੇ ਦੇ ਸਖਤ ਹੋਏ ਚਿਹਰਿਆਂ ਵੱਲ ਵੇਖਿਆ, ਫਿਰ ਦੁਮਾਰੂ ਦੇ ਲਟਕੇ ਹੋਏ ਚਿਹਰੇ ਵੱਲ ਵੇਖਿਆ ਤੇ ਉਹਨੂੰ ਦੁਮਾਰੂ ਤੇ ਤਰਸ ਆ ਗਿਆ। ਬੋਲੀ, ਤੈਨੂੰ ਤੇਰੇ ਰੁਪਈਏ ਵਾਪਸ ਮਿਲ ਜਾਣਗੇ। ਕਦੋਂ? ਜਦੋਂ ਆਪਣਾ ਕਬੀਲਾ ਬਹਾਰ ਦਾ ਜਸ਼ਨ ਮਨਾਏਗਾ। ਪਰ ਉਹ ਤਾਂ 3 ਮਹੀਨੇ ਬਾਅਦ ਹੈ। ਤਦ ਤੱਕ ਮੈਂ ਕੀ ਕਰਾਂਗਾ? ਮੈਂ ਤੇਰਾ 3 ਮਹੀਨਿਆਂ ਦੇ ਅੰਦਰ ਤੇਰਾ ਰੁਪਈਆ ਮੋੜ ਦੇਵਾਂਗੇ। ਜੇਕਰ ਤੈਂ ਨਹੀਂ ਚੁਕਾਇਆ ਤਾਂ
ਤਾਂ ਮੈਂ ਤੇਰੇ ਕੋਲ ਆ ਜਾਵਾਂਗੀ, ਤੇਰੀ ਲੌਂਡੀ ਬਣ ਕੇ ਰਹਾਂਗੀ, ਜੋ ਤੂੰ ਕਹੇਂਗਾ ਉਹੀ ਕਰਾਂਗੀ। ਦੁਮਾਰੂ ਨੇ ਲਾਚੀ ਦੇ ਚਿਹਰੇ ਵੱਲ ਵੇਖਿਆ ਤੇ ਉਹਦਾ ਦਿਲ ਖੁਸ਼ੀ ਨਾਲ ਲਰਜ਼ਾਉਣ ਲੱਗਾ। ਫਿਰ ਉਹਨੇ ਹੌਲੀ ਜੀ ਕਿਹਾ, ਖੁਦਾ ਕਰੇ ਤੂੰ ਰੁਪਈਏ ਮੋੜ ਨਾ ਸਕੇ। ਇੰਨਾ ਕਹਿ ਕੇ ਦੁਮਾਰੂ ਤੇਜ਼ੀ ਨਾਲ ਮੁੜਿਆ ਤੇ ਆਪਣੇ ਤੰਬੂ ਵੱਲ ਚਲਾ ਗਿਆ। ਮਾਮਨ ਤੇ ਉਹਦੀ ਪਤਨੀ ਤੰਬੂ ਦੇ ਬਾਹਰ ਸੁੱਤੇ ਹੋਏ ਸਨ। ਲਾਚੀ ਤੰਬੂ ਦੇ ਅੰਦਰ ਸੁੱਤੀ ਸੀ, ਪਰ ਅੱਜ ਲਾਚੀ ਨੂੰ ਦੇਰ ਤੱਕ ਨੀਂਦ ਨਾ ਆਈ। ਕਾਫੀ ਦੇਰ ਤੱਕ ਉਹ ਤੰਬੂ ਦੀ ਜਾਲੀ ਹਟਾ ਕੇ ਅਸਮਾਨ ਵੱਲ ਵੇਖਦੀ ਰਹੀ। ਉਹਦਾ ਦਿਲ ਦੂਰ ਕਿਸੇ ਸਿਤਾਰੇ ਵੱਲ ਵੇਖ ਕੇ ਲਰਜ਼ਦਾ ਰਿਹਾ। ਮੈਂ ਕੀ ਚਾਹੁੰਦੀ ਹਾਂ? ਐ ਪੁਰ ਅਸਰਾਰ ਅਸਮਾਨ, ਕਿਉਂ ਮੇਰਾ ਦਿਲ ਦੂਜੀਆਂ ਖਾਨਾ ਬਦੋਸ਼ ਕੁੜੀਆਂ ਵਾਂਗ ਨਹੀਂ ਹੈ? ਕਿਉਂ ਮੈਂ ਧੰਦਾ ਨਹੀਂ ਕਰ ਸਕਦੀ? ਕਿਉਂ ਮੈਂ ਕਮਾ ਨਹੀਂ ਸਕਦੀ? ਕਿਉਂ ਆਪਣਾ ਜਿਸਮ ਵੇਚ ਨਹੀਂ ਸਕਦੀ? ਮੈਂ ਉਹਨਾਂ ਸਭ ਕੁੜੀਆਂ ਤੋਂ ਵੱਧ ਖੂਬਸੂਰਤ ਹਾਂ। ਫਿਰ ਇੱਕ ਇਹੋ ਜਿਹਾ ਦਿਲ ਹੈ ਮੇਰਾ ਜੋ ਆਪਣੇ ਕਬੀਲੇ, ਇਹਦੇ ਰਸਮੋ ਰਿਵਾਜ ਤੇ ਇਹਦੀ ਸਦੀਆਂ ਪੁਰਾਣੀ ਰੀਤ ਤੋਂ ਇਨਕਾਰ ਕਰਦਾ ਹੈ। ਕਿਉਂ ਮੈਂ ਇੱਕ ਤੰਬੂ ਨਹੀਂ ਚਾਹੁੰਦੀ, ਇੱਕ ਘਰ ਚਾਹੁੰਦੀ ਹਾਂ? ਜਦ ਬੱਸ ਅੱਡੇ ਤੇ ਆ ਕੇ ਰੁਕਦੀ ਹੈ ਤਾਂ ਉਹਦੀ ਲੰਮੀ ਟੇਢੀ ਮੇਢੀ ਕਤਾਰ ਵਿੱਚ ਸੈਂਕੜੇ ਅਜਿਹੇ ਖੜੇ ਹੁੰਦੇ ਹਨ ਜਿਹੜੇ ਹੱਥਾਂ 'ਚ ਸਾਜ਼ੋ ਸਮਾਨ ਭਰੀ ਝੋਲੇ ਚੁੱਕੀ ਥੱਕੇ ਹੋਏ ਕਦਮਾਂ ਨਾਲ ਘਰ ਜਾਣ ਦਾ ਇੰਤਜ਼ਾਰ ਕਰਦੇ ਹਨ ਤੇ ਖਾਨਾ ਬਦੋਸ਼ ਅੱਡ-ਅੱਡ ਰਾਹਾਂ ਤੇ ਚੱਲ ਕੇ ਅੱਡੋ ਅੱਡ ਮੰਜ਼ਿਲਾਂ ਤੋਂ ਘੁੰਮਦੇ ਹੋਏ ਕਿਸ ਘਰ ਨੂੰ ਜਾਂਦੇ ਆ। ਅਜਿਹਾ ਕਿਉਂ ਹੈ? ਇਹ ਚੁੱਪਚਾਪ ਨੰਗੇ ਥੱਕੇ ਊਂਘਦੇ ਅਸਮਾਨ, ਕੁਝ ਤਾਂ ਬੋਲ। ਮੇਰੇ ਦਿਲ 'ਚ ਹਲਚਲ ਕੈਸੀ ਹੈ? ਕਿਉਂ ਮੈਂ ਚਾਹੁੰਦੀ ਹਾਂ ਕਿ ਬੱਸ ਦੇ ਉਸ ਪਾਰ ਕਤਾਰ 'ਚ ਕੋਈ ਮਰਦ ਮੇਰੇ ਲਈ ਵੀ ਝੋਲਾ ਚੁੱਕੀ ਖੜਾ ਹੋਵੇ ਤੇ ਹਰ ਲਹਿਜੇ ਮੇਰੇ ਤੱਕ ਪੁੱਜਣ ਦੀ ਤਮੰਨਾ ਕਰਦਾ ਹੋਵੇ। ਉਹ ਲੋਕ ਵੇਖਦੇ ਨੇ ਮੈਨੂੰ, ਕਦੇ-ਕਦੇ ਕਿਸੇ ਦੀ ਨਜ਼ਰ ਜੰਮ ਜਾਂਦੀ ਹੈ ਮੇਰੇ ਉੱਪਰ, ਪਰ ਸਿਰਫ ਉਹ ਨਜ਼ਰ ਤਿਲਕਦੀ ਹੋਈ ਮੇਰੀ ਹੁੰਦੀ ਹੈ, ਉਹ ਮਰਦ ਮੇਰਾ ਨਹੀਂ ਹੁੰਦਾ। ਮੈਂ ਚਾਹਾਂ ਤਾਂ ਆਪਣੇ ਹੁਸਨ ਦੇ ਜ਼ੋਰ ਨਾਲ ਉਹਦੀ ਜ਼ਿੰਦਗੀ ਦੇ ਕੁਝ ਪਲ, ਕੁਝ ਘੰਟੇ, ਕੁਝ ਦਿਨ, ਕੁਝ ਮਹੀਨੇ ਵੀ ਖੋ ਸਕਦੀ ਹਾਂ, ਪਰ ਉਹ ਮਰਦ ਮੇਰਾ ਨਹੀਂ ਹੋਏਗਾ। ਜਿਸ ਤਰ੍ਹਾਂ ਉਹ ਕਤਾਰ 'ਚ ਖੜਾ ਹੈ, ਜਿਸ ਤਰ੍ਹਾਂ ਦੀ ਤਸਵੀਰ ਉਹਦੀਆਂ ਅੱਖਾਂ 'ਚ ਹੈ ਤੇ ਜਿਸ ਤਰ੍ਹਾਂ ਦੀ ਖਿਆਲ ਉਹਦੇ ਦਿਲ 'ਚ ਹੈ, ਜਿਸ ਤਰ੍ਹਾਂ ਉਹਦੇ ਮਿੱਠੇ ਤੇ ਮਿਹਰਬਾਨ ਅੰਦਾਜ਼ ਵਿੱਚ ਢਾਕ ਦੇ ਪੱਤਿਆਂ ਨੂੰ ਆਪਣੀ ਪਤਨੀ ਲਈ ਚੰਮਾਦੀਨੀ ਨੂੰ ਲੁਕੋਇਆ ਹੈ, ਉਹ ਅੰਦਾਜ਼ ਮੇਰੀ ਰੂਹ ਨੂੰ ਖਾਈ ਜਾ ਰਿਹਾ। ਮੇਰਾ ਜੀ ਕਰਦਾ ਮੈਂ ਬਸ ਦੀ ਕਤਾਰ 'ਚ ਖੜੀ ਹਰ ਮਰਦ ਦਾ ਮੂੰਹ ਨੋਚ ਲਵਾਂ। ਹਾਏ ਆਪਣੇ ਪਿਸਰ ਮੁਰਦਾ, ਥੱਕੇ ਹੋਏ, ਉਦਾਸ ਤੇ ਝੁੰਝਲਾਉਂਦੇ ਹੋਏ ਚਿਹਰਿਆਂ ਦੇ ਬਾਵਜੂਦ ਇਹ ਲੋਕ ਅੰਦਰੋਂ ਕਿੰਨੇ ਖੁਸ਼ ਨਜ਼ਰ ਆਉਂਦੇ ਹਨ, ਜਿਵੇਂ ਮੈਲੇ ਕੁਚੈਲੇ ਤੰਬੂ ਦੀ ਝੀਤ ਵਿੱਚੋਂ ਬਹਾਰ ਦੀ ਖੁਸ਼ਬੂ ਆਉਂਦੀ ਹੈ। ਇਸੇ ਤਰ੍ਹਾਂ ਇਹਨਾਂ ਮਰਦਾਂ ਦੇ ਸਾਂਵਲੇ ਮੈਲੇ ਪਸੀਨਿਆਂ 'ਚ ਨਹਾਤੇ ਹੋਏ ਚਿਹਰਿਆਂ 'ਚ ਬਾਰ-ਬਾਰ ਕਿਸੇ ਮੋਮੀ ਸ਼ਮਾ ਵਰਗੀ ਰੌਸ਼ਨੀ ਹੋ ਜਾਂਦੀ ਹੈ। ਕਿਸੇ ਦੇ ਖਿਆਲ ਨਾਲ ਇਹਨਾਂ ਦਾ ਚਿਹਰਾ ਫੁੱਲਾਂ ਵਾਂਗ ਖਿੜ ਉੱਠਦਾ ਹੈ। ਮੈਂ ਭੀਖ ਮੰਗਦੀ ਸ਼ਰਮਿੰਦਾ ਜੀ ਹੋ ਜਾਂਦੀ ਹਾਂ ਤੇ ਮੇਰੇ ਸੀਨੇ 'ਚ ਹੂਕ ਉੱਠਦੀ ਹੈ, ਕਾਸ਼ ਮੇਰੇ ਲਈ ਵੀ ਕੋਈ ਥੱਕ ਜਾਵੇ, ਚੂਰ ਹੋ ਜਾਵੇ, ਇਸ ਤਰ੍ਹਾਂ ਮਜਬੂਰ ਹੋ ਜਾਏ ਕਿ ਜੇਕਰ ਉਹਦੀ ਜੇਬ 'ਚ ਇੱਕ ਪੈਸਾ ਵੀ ਨਾ ਹੋਵੇ, ਪਰ ਚਲਦਿਆਂ ਚਲਦਿਆਂ ਇੱਕ ਬਾੜੀ 'ਚੋਂ ਫੁੱਲ ਤੋੜ ਕੇ ਮੇਰੇ ਲਈ ਲੈ ਆਵੇ। ਇੱਕ ਐਸਾ ਦਿਲ ਹੈ ਮੇਰਾ, ਦੂਜੀਆਂ ਖਾਨਾਬਦੋਸ਼ ਕੁੜੀਆਂ ਤੋਂ ਬਿਲਕੁਲ ਵੱਖਰਾ ਹੈ, ਜਿਹੜੀਆਂ ਆਪਣੇ ਕਬੀਲੇ 'ਚ ਰਹਿੰਦੀਆਂ ਹਨ, ਤੰਬੂ ਦਰ ਤੰਬੂ, ਸ਼ਹਿਰ ਦਰ ਸ਼ਹਿਰ, ਪਿੰਡ ਦਰ ਪਿੰਡ ਘੁੰਮਦੀਆਂ ਹਨ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਖਾਵੰਦ ਹੁੰਦਾ, ਇੱਕ ਰਾਤ ਜਾਂ ਇੱਕ ਘੜੀ ਦਾ ਖਾਵੰਦ ਵੀ ਹੁੰਦਾ ਹੈ। ਦੋਵਾਂ ਖਾਵੰਦਾਂ ਵਿੱਚ ਕੋਈ ਅਣਬਣ ਨਹੀਂ ਹੁੰਦੀ, ਸਗੋਂ ਪਹਿਲਾ ਖਾਵੰਦ ਆਪਣੀ ਖੁਸ਼ੀ ਨਾਲ ਆਪਣੀ ਪਤਨੀ ਨੂੰ ਸਜਾ ਕੇ ਬਾਹਰ ਭੇਜ ਦਿੰਦਾ ਹੈ, ਜਿੱਥੇ ਉਹ ਇੱਕ ਘੜੀ ਜਾਂ ਇੱਕ ਰਾਤ ਗੁਜ਼ਾਰ ਕੇ ਆਉਂਦੀ ਹੈ ਤੇ ਇਸ ਤਰ੍ਹਾਂ ਆਉਂਦੀ ਹੈ ਜਿਵੇਂ ਉਹਨੇ ਆਪਣੇ ਜਿਸਮ ਨਹੀਂ ਸਗੋਂ ਇੱਕ ਐਨਕ ਜਾਂ ਇੱਕ ਛੱਲਾ ਵੇਚ ਕੇ ਆਉਂਦੀ ਹੈ। ਆਉਂਦਿਆਂ ਹੀ ਆਪਣੀ ਕਮਾਈ ਆਪਣੇ ਸ਼ੌਹਰ ਦੇ ਕਦਮਾਂ 'ਚ ਰੱਖ ਦਿੰਦੀ ਹੈ ਤੇ ਉਹਦੇ ਗਲ ਨੂੰ ਲਿਪਟ ਜਾਂਦੀ ਹੈ। ਮੇਰਾ ਜਿਸਮ ਐਨਕ ਜਾਂ ਛੱਲਾ ਕਿਉਂ ਨਹੀਂ ਹੈ? ਕਿਉਂ ਮੈਨੂੰ ਉਹ ਆਪਣੀ ਹੀ ਰੂਹ ਦਾ ਹਿੱਸਾ ਪ੍ਰਤੀਤ ਹੁੰਦਾ ਹੈ, ਜਿਸ ਦੀ ਬੇਹੁਰਮਤੀ ਮੈਂ ਬਰਦਾਸ਼ਤ ਨਹੀਂ ਕਰ ਸਕਦੀ? ਕਿਉਂ ਮੈਨੂੰ ਇਹਨਾਂ ਖਾਨਾਬਦੋਸ਼ਾਂ 'ਚ ਪੈਦਾ ਕੀਤਾ ਸੀ ਤਾਂ ਰੂਹ ਵੀ ਇਹਨਾਂ ਵਰਗੀ ਦਿੰਦਾ, ਜੋ ਹਰ ਆਨ ਤੇ ਹਰ ਲਹਿਜਾ ਨਿਤ ਨਵੀਆਂ ਥਾਵਾਂ ਦਾ ਲਾਲਚ ਲੈ ਕੇ ਆਉਂਦੀ ਹੈ। ਮੈਂ ਤਾਂ ਦਰਖਤ ਵਾਂਗ ਇੱਕ ਥਾਂ ਹੀ ਗੱਡ ਜਾਣਾ ਚਾਹੁੰਦੀ ਹਾਂ ਇੱਕੋ ਜਗ੍ਹਾ ਮੇਰੀ ਛਾਂ ਵਧੇ, ਇੱਕੋ ਹੀ ਥਾਂ ਮੇਰੇ ਫੁੱਲਾਂ ਦੀ ਖੁਸ਼ਬੂ ਫੈਲੇ ਤੇ ਫਲਾਂ ਦਾ ਰਸ ਚਮਕੇ। ਮੈਨੂੰ ਬਹਾਰ ਵੀ ਉੱਥੇ ਹੀ ਆ ਜਾਏ ਤੇ ਪਤਝੜ ਵੀ, ਉਸੇ ਥਾਂ ਦੀ ਸਰਦੀ ਗਰਮੀ ਸਹਿੰਦਿਆਂ ਮੈਨੂੰ ਮੌਤ ਆਵੇ ਤੇ ਮੈਂ ਉਸੇ ਧਰਤੀ 'ਚ ਸਮਾ ਜਾਵਾਂ। ਪਰ ਇਹ ਚੱਲਦੇ ਫਿਰਦੇ ਤੰਬੂ, ਇਹ ਬਦਲਦੇ ਹੋਏ ਮਰਦੇ, ਗੁਜ਼ਰਦੇ ਹੋਏ ਮੁਕਾਮ, ਜਹੰਨਮ। ਆਪਣੇ ਖਿਆਲਾਂ 'ਚ ਖੋਈ ਹੋਈ ਲਾਚੀ ਹੌਲੀ-ਹੌਲੀ ਗਮ ਨਾਲ ਸਿਸਕਣ ਲੱਗੀ। ਲਾਚੀ ਅਜਿਹੀ ਅਜੀਬ ਕੁੜੀ ਸੀ ਕਿ ਜਿਸ ਮਾਹੌਲ 'ਚ ਰਹਿੰਦੀ ਉਸ ਤੋਂ ਅਲੱਗ ਸੋਚਦੀ ਸੀ।
ਲਾਚੀ ਅਜਿਹੀ ਖੂਬਸੂਰਤ ਕੁੜੀ ਸੀ ਕਿ ਜੇ ਉਹ ਕੁੜੀ ਨਾ ਹੁੰਦੀ ਤਾਂ ਸੇਬ ਦਾ ਦਰਖਤ ਹੁੰਦੀ, ਹਿਮਾਲਾ ਦੀ ਕੁਆਰੀ ਬਰਫ਼ ਵਿੱਚ ਢਕੀ ਹੋਈ ਚੋਟੀ ਹੁੰਦੀ, ਜਾਂ ਪਾਣੀ ਦੇ ਥੱਲੇ ਸਮੁੰਦਰ ਦੀ ਤਹਿ ਤੇ ਕਿਸੇ ਗੁਲਾਬੀ ਮਹਿਲ ਵਰਗੀ ਹੁੰਦੀ। ਪਰ ਕੁਦਰਤ ਨੇ ਉਹਨੂੰ ਔਰਤ ਬਣਾਇਆ ਸੀ। ਮਾਹੌਲ ਤੇ ਇਤਫਾਕ ਨੇ ਉਹਨੂੰ ਖਾਨਾ ਬਦੋਸ਼ ਬਣਾ ਦਿੱਤਾ ਸੀ ਤੇ ਤਿੰਨੋਂ ਚੀਜ਼ਾਂ ਅਜਿਹੀਆਂ ਹਨ ਕਿ ਕਦੇ ਇਨਸਾਨ ਨਾਲ ਇਨਸਾਫ ਨੂੰ ਖੋਣਾ ਪੈਂਦਾ ਹੈ। ਲਾਚੀ ਦੀਆਂ ਅੱਖਾਂ 'ਚ ਅੱਥਰੂ ਉਮੜ ਆਏ। ਉਹਨੇ ਆਪਣੇ ਦੋਵਾਂ ਹੱਥਾਂ ਦੀਆਂ ਮੁੱਠੀਆਂ ਮੀਟ ਲਈਆਂ। ਫਿਰ ਉਹਨੇ ਕਿਸੇ ਗਹਿਰੇ ਇਰਾਦੇ ਨਾਲ ਆਪਣੇ ਆਪ ਨੂੰ ਕਿਹਾ, ਮੈਂ ਖੋਹ ਲਵਾਂਗੀ, ਮੈਂ ਹਾਸਲ ਕਰਕੇ ਰਹਾਂਗੀ। ਉਹਨੇ ਪੁੱਠੇ ਹੱਥਾਂ ਨਾਲ ਆਪਣੇ ਹੰਝੂ ਪੂੰਝੇ ਤੇ ਜ਼ਮੀਨ ਤੇ ਲੇਟ ਗਈ। ਇੱਕਦਮ ਤੰਬੂ ਦੇ ਪਿਛਲੇ ਪਾਸਿਓਂ ਇੱਕ ਅਜਿਹੀ ਆਵਾਜ਼ ਆਈ ਜਿਵੇਂ ਕੋਈ ਮੁੱਠੀਆਂ ਭਰ ਭਰ ਕੇ ਤੰਬੂ ਦੇ ਪਰਦੇ ਤੇ ਸੁੱਟ ਰਿਹਾ ਹੋਵੇ। ਲਾਚੀ ਉੱਠ ਕੇ ਬੈਠ ਗਈ। ਦੇਰ ਤੱਕ ਉਸ ਆਵਾਜ਼ ਨੂੰ ਸੁਣਦੀ ਰਹੀ। ਫਿਰ ਉਹਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਹੌਲੀ ਜਿਹੀ ਸਿਸਕੀ ਭਰੀ ਹੋਵੇ, ਜਿਵੇਂ ਕਿਸੇ ਨੇ ਹੌਲੀ ਜਿਹੀ ਕਿਹਾ, ਲਾਚੀ। ਲਾਚੀ ਇੱਕਦਮ ਤੰਬੂ ਚੋਂ ਨਿਕਲ ਕੇ ਬਾਹਰ ਆ ਗਈ। ਬਾਹਰ ਗੁੱਲ ਖੜਾ ਸੀ। ਅਧਿਆਇ ਚੌਥਾ। ਗੁੱਲ ਬਲੋਚੀ ਦਾ ਮੁੰਡਾ ਸੀ ਤੇ ਬਲੋਚੀ ਨੂੰ ਸਭ ਲੋਕ ਜਾਣਦੇ ਸਨ, ਕਿਉਂਕਿ ਬਲੋਚੀ ਰੇਲਵੇ ਮੁਲਾਜ਼ਮਾਂ ਨੂੰ ਤੇ ਆਲੇ ਦੁਆਲੇ ਰਹਿੰਦੇ ਸਰਕਾਰੀ ਮੁਲਾਜ਼ਮਾਂ ਨੂੰ ਰੁਪਏ ਵਿਆਜ ਤੇ ਦਿਆ ਕਰਦਾ ਸੀ। ਗੁੱਲ ਬਲੋਚੀ ਦਾ ਮੁੰਡਾ ਸੀ, ਪਰ ਬਾਪ ਤੇ ਬੇਟੇ 'ਚ ਬਹੁਤ ਫਰਕ ਸੀ। ਲਾਚੀ ਨੇ ਗੁੱਲ ਨੂੰ ਅਕਸਰ ਰੇਲਵੇ ਸਟੇਸ਼ਨ ਤੇ ਰੇਲਵੇ ਦੇ ਕੁਆਟਰਾਂ ਵਿੱਚ ਵੀ ਆਉਂਦੇ ਜਾਂਦੇ ਵੇਖਿਆ ਸੀ। ਗੁੱਲ ਦਾ ਕੱਦ ਤਾਂ ਆਪਣੇ ਬਾਪ ਵਾਂਗ ਉੱਚਾ ਲੰਮਾ ਸੀ, 6 ਫੁੱਟ ਦੇ ਕਰੀਬ, ਪਰ ਆਪਣੇ ਬਾਪ ਵਾਂਗ ਭਰਵਾਂ ਨਹੀਂ ਸੀ, ਸਗੋਂ ਗਹਿਰੇ ਸਰੀਰ ਦਾ ਸੀ। ਬਲੋਚੀ ਦੇ ਭਰਵੱਟੇ ਸੰਘਣੇ ਸਨ ਤੇ ਵੱਡੀਆਂ ਵੱਡੀਆਂ ਮੁੱਛਾਂ ਸਨ, ਪਰ ਗੁੱਲ ਕਲੀਨ ਸ਼ੇਵ ਸੀ। ਬਲੋਚੀ ਪੁਰਾਣੇ ਲੋਕਾਂ ਵਾਂਗ ਟੋਪੀ ਲੂੰਗੀ ਤੇ ਸਲਵਾਰ ਕਮੀਜ਼ ਪਾਉਂਦਾ ਸੀ, ਪਰ ਗੁੱਲ ਪੈਂਟ ਸ਼ਰਟ ਪਾਉਂਦਾ ਸੀ। ਬਲੋਚੀ ਦੀਆਂ ਅੱਖਾਂ ਵੱਡੀਆਂ ਵੱਡੀਆਂ ਤੇ ਖੌਫਨਾਕ ਸਨ ਤੇ ਜਦੋਂ ਅੱਖਾਂ ਸੁਰਖ ਕਰਕੇ ਆਪਣੇ ਕਰਜ਼ਦਾਰਾਂ ਨੂੰ ਘੂਰਦਾ, ਤੁਸੀਂ ਵਿਆਜ ਦਾ ਪੈਸਾ ਕਿਉਂ ਨਹੀਂ ਲਿਆਏ, ਤਾਂ ਲੋਕ ਡਰ ਦੇ ਮਾਰੇ ਥਰ-ਥਰ ਕੰਬਣ ਲੱਗਦੇ ਸਨ। ਗੁੱਲ ਦੀਆਂ ਅੱਖਾਂ ਵੀ ਵੱਡੀਆਂ ਵੱਡੀਆਂ ਸਨ, ਪਰ ਹਰ ਵੇਲੇ ਜਿਵੇਂ ਕੋਈ ਸੁਪਨਾ ਵੇਖਦੀਆਂ ਰਹਿੰਦੀਆਂ ਸਨ। ਬਲੋਚੀ ਕਿਹਾ ਕਰਦਾ ਸੀ ਕਿ ਸਾਰਾ ਫਰਕ ਇਸ ਲਈ ਹੈ ਕਿ ਮੈਂ ਆਪਣੇ ਬੇਟੇ ਨੂੰ FA ਤੱਕ ਪੜ੍ਹਾ ਦਿੱਤਾ ਹੈ। ਪੜ੍ਹ ਲਿਖ ਕੇ ਬੱਚੇ ਦੀ ਸਿਹਤ ਕਮਜ਼ੋਰ ਹੋ ਜਾਂਦੀ ਹੈ ਤੇ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ। ਪਰ ਗੁੱਲ ਆਪਣੇ ਬਾਪ ਦਾ ਬਹੁਤ ਕੰਮ ਕਰਦਾ ਸੀ। ਉਹਦੀ ਮਿੱਠੀ ਜ਼ੁਬਾਨ ਤੇ ਸਲੂਕ ਤੋਂ ਪ੍ਰਭਾਵਿਤ ਹੋ ਕੇ ਅਕਸਰ ਕਰਜ਼ਦਾਰ ਬਾਪ ਦੀ ਬਜਾਏ ਬੇਟੇ ਨਾਲ ਹੀ ਬਿਜ਼ਨਸ ਕਰਨਾ ਪਸੰਦ ਕਰਦੇ ਸਨ। ਬਲੋਚੀ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ, ਇਸ ਲਈ ਉਹ ਰੁਪਈਆਂ ਦੀ ਵਸੂਲੀ ਲਈ ਅਕਸਰ ਬੇਟੇ ਨੂੰ ਹੀ ਭੇਜਿਆ ਕਰਦਾ ਸੀ। ਪਰ ਵਸੂਲੀ ਦੇ ਮਾਮਲੇ 'ਚ ਬੇਹੱਦ ਚੁਕੰਨਾ ਰਹਿੰਦਾ ਸੀ ਤੇ ਇੱਕ ਇੱਕ ਪਾਈ ਦਾ ਹਿਸਾਬ ਬੇਟੇ ਕੋਲੋਂ ਲੈਂਦਾ ਸੀ। ਜੇਕਰ ਬੇਟਾ 4-6 ਰੁਪਏ ਵਿਆਜ ਤੇ ਛੱਡ ਦਿੰਦਾ ਤਾਂ ਉਸ ਨਾਲ ਘੰਟਿਆਂ ਤੱਕ ਝਗੜਾ ਕਰਦਾ ਸੀ, ਝਿੜਕਦਾ ਸੀ ਤੇ ਜੇਕਰ ਬਹੁਤ ਗੁੱਸੇ 'ਚ ਹੁੰਦਾ ਤਾਂ ਗੁੱਲ ਦੇ 1-2 ਜੜ ਵੀ ਦਿੰਦਾ ਸੀ। ਗੁੱਲ ਇੱਕ ਵਫਾਦਾਰ ਬੇਟੇ ਵਾਂਗ ਸਭ ਸਹਿ ਲੈਂਦਾ ਸੀ। ਇਸ ਵਕਤ ਗੁੱਲ ਨੂੰ ਆਪਣੇ ਸਾਹਮਣੇ ਅੱਧੀ ਰਾਤ ਨੂੰ ਵੇਖ ਕੇ ਲਾਚੀ ਨੂੰ ਬਹੁਤ ਹੈਰਾਨੀ ਹੋਈ। ਬੋਲੀ, ਤੂੰ ਬਲੋਚੀ ਮੁੰਡਾ ਹੈ? ਹਾਂ, ਮੈਂ ਗੁੱਲ ਹਾਂ। ਕੀ ਮੇਰੇ ਬਾਪ ਜਾਂ ਮਾਂ ਨੇ ਤੇਰਾ ਕੋਈ ਕਰਜ਼ਾ ਦੇਣਾ? ਨਹੀਂ। ਫਿਰ ਕਿਉਂ ਆਇਆ? ਗੁੱਲ ਚੁੱਪ ਰਿਹਾ। ਬੋਲ। ਲਾਚੀ ਜ਼ਰਾ ਤੇਜ਼ੀ ਨਾਲ ਬੋਲੀ। ਗੁੱਲ ਨੇ ਕਿਹਾ, ਮੈਂ ਤੈਨੂੰ ਕੁਝ ਕਹਿਣਾ ਹੈ। ਕਹਿ। ਇੱਥੇ ਨਹੀਂ ਤਾਂ ਫਿਰ ਕਿੱਥੇ? ਗੁੱਲ ਨੇ ਘੁੰਮ ਕੇ ਜਿੱਧਰ ਇਸ਼ਾਰਾ ਕੀਤਾ ਉੱਥੇ ਰੇਲਵੇ ਦਾ ਇੱਕ ਪੁਰਾਣਾ ਪੁਲ ਸੀ। ਸਟੇਸ਼ਨ ਯਾਰਡ ਦੇ ਆਊਟਰ ਸਿਗਨਲ ਦੇ ਕੋਲ ਸੀ ਇਹ ਪੁਲ, ਜੋ ਹੁਣ ਇਸਤੇਮਾਲ ਨਹੀਂ ਹੁੰਦਾ ਸੀ। ਕਿਸੇ ਜ਼ਮਾਨੇ 'ਚ ਜਦ ਯਾਰਡ ਛੋਟਾ ਸੀ ਤੇ ਸਟੇਸ਼ਨ ਗੁੰਮਨਾਮ ਜਿਹਾ ਸੀ, ਉਸ ਜ਼ਮਾਨੇ 'ਚ ਇਹ ਪੁਲ ਇਸਤੇਮਾਲ ਹੁੰਦਾ ਹੋਵੇਗਾ, ਪਰ ਹੁਣ ਉਸ ਪੁਲ ਦੇ ਥੱਲੇੋਂ ਸਿਰਫ 2 ਰੇਲਵੇ ਲਾਈਨਾਂ ਹੀ ਗੁਜ਼ਰਦੀਆਂ ਸਨ। ਯਾਰਡ ਦਰਜਨਾਂ ਫੈਲੀਆਂ ਹੋਈਆਂ ਚਮਕਦੀਆਂ ਹੋਈਆਂ ਫੌਲਾਦੀ ਲਾਈਨਾਂ ਦੇ ਵਿਚਕਾਰ ਕਿਸੇ ਬੁੱਢੇ ਨਕਾਰਾ ਪੈਨਸ਼ਨਖੋਆ ਮੁਲਾਜ਼ਮਾਂ ਵਾਂਗ ਸਿਰ ਝੁਕਾਈ ਖੜਾ ਸੀ। ਅਰਸੇ ਤੋਂ ਰੇਲਵੇ ਲਾਈਨ ਦੇ ਹੁਕਮਰਾਨਾਂ ਨੇ ਇਸ ਪੁਲ ਦਾ ਜੋੜ ਅੱਡ ਕਰਕੇ ਇਹਨੂੰ ਇੱਥੇ ਹਟਾਉਣ ਦੇ ਹੁਕਮ ਜਾਰੀ ਕਰ ਰੱਖੇ ਸਨ, ਪਰ ਇਉਂ ਲੱਗਦਾ ਸੀ ਕਿ ਲੋਕ ਇਸ ਪੁਲ ਦੀ ਹਸਤੀ ਨੂੰ ਭੁੱਲ ਗਏ ਸਨ। ਇਸੇ ਲਈ ਤਾਂ ਪੁਲ ਉੱਥੇ ਹੀ ਖੜਾ ਸੀ, ਨਾ ਜਿਉਂਦਾ ਸੀ ਨਾ ਮਰਦਾ ਸੀ। ਇਸ ਦੀ ਹਾਲਤ ਤੇ ਕਿਸੇ ਨੂੰ ਤਰਸ ਨਹੀਂ ਆਉਂਦਾ ਸੀ। ਉਸ ਪੁਲ ਤੇ ਚੱਲਾਂਗੇ। ਉਸ ਪੁਲ ਤੇ ਕਿਉਂ? ਲਾਚੀ ਨੇ ਕਿਹਾ। ਇੱਥੇ ਹੀ ਦੱਸ ਦੇ। ਮੇਰੇ ਨਾਲ ਜਾਣ ਤੋਂ ਡਰਦੀ ਹੈ? ਗੁੱਲ ਨੇ ਪੁੱਛਿਆ। ਡਰਦੀ ਤਾਂ ਮੈਂ ਆਪਣੇ ਬਾਪ ਤੋਂ ਵੀ ਨਹੀਂ, ਤੇਰੇ ਤੋਂ ਕੀ ਡਰਾਂਗੀ? ਇਹਨਾਂ ਕਹਿ ਕੇ ਲਾਚੀ ਗੁੱਲ ਦੇ ਨਾਲ ਹੋ ਤੁਰੀ। ਤੰਬੂਆਂ ਦੇ ਪਿੱਛੇ ਹੁੰਦੇ ਹੋਏ ਉਹ ਰੇਲਵੇ ਦਾ ਫੌਲਾਦੀ ਜੰਗਲਾ ਲੰਘ ਕੇ ਯਾਰਡ ਦੇ ਅੰਦਰ ਚਲੇ ਗਏ। ਥੋੜੀ ਦੇਰ ਬਾਅਦ ਪੁਰਾਣੇ ਪੁਲ ਦੀਆਂ ਪੌੜੀਆਂ ਤੇ ਆ ਪੁੱਜੇ। ਗੁੱਲ ਨੇ ਲਾਚੀ ਦੀ ਬਾਂਹ ਫੜਦਿਆਂ ਕਿਹਾ,
ਵਿੱਚ ਪੌੜੀਆਂ ਗਾਇਬ ਨੇ, ਥੋੜਾ ਧਿਆਨ ਨਾਲ। ਇਸ ਬਹਾਨੇ ਮੇਰੀ ਬਾਂਹ ਨਾ ਫੜ, ਲਾਚੀ ਨੇ ਗੁਲ ਤੋਂ ਆਪਣੀ ਬਾਂਹ ਛੁਡਵਾਉਂਦਿਆਂ ਕਿਹਾ। ਮੇਰੀਆਂ ਵੀ ਅੱਖਾਂ ਨੇ, ਮੈਂ ਵੀ ਵੇਖ ਸਕਦੀ ਹਾਂ। ਤੂੰ ਅੱਗੇ ਅੱਗੇ ਚੱਲ, ਮੈਂ ਤੇਰੇ ਪਿੱਛੇ ਪਿੱਛੇ ਆਉਂਦੀ ਹਾਂ। ਗੁਲ ਨੇ ਫੌਰਨ ਲਾਚੀ ਦੀ ਬਾਂਹ ਛੱਡ ਦਿੱਤੀ ਤੇ ਅੱਗੇ ਅੱਗੇ ਪੌੜੀਆਂ ਚੜ੍ਹਨ ਲੱਗਿਆ। ਥੋੜੀ ਦੇਰ ਬਾਅਦ ਦੋਵੇਂ ਪੁਲ ਦੇ ਉੱਪਰ ਪਹੁੰਚ ਗਏ। ਇੱਥੋਂ ਸਟੇਸ਼ਨ ਯਾਰਡ, ਇਸ ਦੀਆਂ ਹਰੀਆਂ ਲਾਲ ਬੱਤੀਆਂ ਦੂਰ ਤੱਕ ਚਮਕਦੀਆਂ ਹੋਈਆਂ ਫੌਲਾਦੀ ਲਾਈਨਾਂ ਸੁਰਮਈ ਸਾਰੀਆਂ ਵਾਂਗ ਇੱਕ ਦੂਜੇ ਨੂੰ ਕੱਟਦੀਆਂ ਹੋਈਆਂ ਦੂਰ ਫਿਜ਼ਾ 'ਚ ਗੁੰਮ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਸਨ। ਇੱਧਰ ਰੇਲਵੇ ਸਟੇਸ਼ਨ ਤੇ ਬਿਲਕੁਲ ਸਨਾਟਾ ਛਾਇਆ ਹੋਇਆ ਸੀ। ਉਧਰ ਖਾਨਾ ਬਦੋਸ਼ ਦੇ ਤੰਬੂਆਂ ਤੋਂ ਪਰੇ ਗੁਲਮੋਹਰ ਦੇ ਦਰਖਤਾਂ ਦੀਆਂ ਨੰਗੀਆਂ ਸਨਸਨਾਉਂਦੀਆਂ ਹੋਈਆਂ ਬਾਹਾਂ ਫਿਜ਼ਾ ਵਿੱਚ ਉੱਪਰ ਨੂੰ ਉੱਠੀਆਂ ਹੋਈਆਂ ਸਨ, ਜਿਵੇਂ ਕਿ ਕਿਸੇ ਦੁਆ 'ਚ ਰੁੱਝੀਆਂ ਕਿਸੇ ਬਹਾਰ ਦੀ ਉਡੀਕ 'ਚ ਹੋਣ। ਗੁਲ ਨੇ ਕਿਹਾ, ਇਹਨਾਂ ਨੰਗੀਆਂ ਟਾਹਣੀਆਂ ਉੱਪਰ ਫੁੱਲ ਕਦੋਂ ਖਿੜਨਗੇ? ਓਏ ਬਲੋਚੀ ਦੇ ਮੁੰਡਿਆ, ਲਾਚੀ ਬੇਡਰ ਹੋ ਕੇ ਬੋਲੇ। ਤੈਨੂੰ ਮੇਰੇ ਨਾਲ ਕੀ ਕੰਮ ਹੈ? ਸਾਫ਼-ਸਾਫ਼ ਬੋਲ। ਫੁੱਲਾਂ ਦਾ ਬਹਾਨਾ ਮੇਰੇ ਨਾਲ ਨਾ ਕਰ। ਮੈਂ ਹਰ ਰੋਜ਼ ਅਜਿਹੀਆਂ ਗੱਲਾਂ ਸੁਣਦੀ ਹਾਂ। ਤੂੰ ਮੇਰੇ ਦਿਲ ਦਾ ਫੁੱਲ ਹੈ, ਤੂੰ ਮੇਰੇ ਮਨ ਦੀ ਰਾਣੀ ਹੈ, ਤੂੰ ਮੇਰੀ ਦਿਲ ਨਿਵਾਜ਼ ਜਾਨੀ ਹੈ, ਤੇ ਜੇ ਮੈਂ ਅਜਿਹੀਆਂ ਗੱਲਾਂ ਨਹੀਂ ਸੁਣਦੀ ਤਾਂ ਮੈਂ ਹਰਾਮਜ਼ਾਦੀ ਕੁੱਤੀ ਹਾਂ, ਰੰਡੀ ਤੇ ਗਸ਼ਤੀ ਹਾਂ। ਕੀ ਸਮਝਿਆ? ਮੈਂ ਤੇਰੇ ਬਾਪ ਦਾ ਕੋਈ ਕਰਜ਼ਾ ਨਹੀਂ ਦੇਣਾ। ਗੁਲ ਪੁਲ ਦੇ ਪੁਰਾਣੇ ਜੰਗਲੇ 'ਚ ਰੁਕ ਗਿਆ ਤੇ ਹੌਲੀ ਜੀ ਬੋਲਿਆ, ਮੈਂ ਇੱਥੇ ਹਰ ਰੋਜ਼ ਆਉਂਦਾ ਇਸੇ ਵਕਤ ਰਾਤ ਦੇ 2 ਵਜੇ। ਜਦ ਇੱਥੇ ਕੋਈ ਨਹੀਂ ਹੁੰਦਾ ਤਾਂ ਤੇਰੇ ਤੰਬੂ ਨੂੰ ਵੇਚਦਾ। ਲਾਚੀ ਮੁਸਕਰਾ ਕੇ ਬੋਲੀ। ਹੁਣ ਗੱਲ ਸਮਝ 'ਚ ਆਈ। ਗੁਲ ਨੇ ਕਿਹਾ, ਮੈਨੂੰ ਇਹ ਪੁਲ ਬਹੁਤ ਪਸੰਦ ਹੈ ਕਿਉਂਕਿ ਇਹ ਕਿਤੇ ਨਹੀਂ ਜਾਂਦਾ। ਲਾਚੀ ਨੇ ਪੁੱਛਿਆ, ਕਿਤੇ ਜਾਂਦਾ ਨਹੀਂ ਦਾ ਕੀ ਮਤਲਬ ਹੈ? ਕੀ ਦੂਸਰੇ ਪੁਲ ਕਿਤੇ ਜਾਂਦੇ? ਸਾਰੇ ਪੁਲ ਆਪਣੀ ਆਪਣੀ ਥਾਂ ਤੇ ਪਏ ਰਹਿੰਦੇ ਹਨ। ਗੁਲ ਬੋਲਿਆ, ਹਾਂ, ਪਰ ਦੂਜੇ ਪੁਲਾਂ ਦੇ ਮੁਸਾਫਰ ਤਾਂ ਕਿਤੇ ਜਾਂਦੇ ਹਨ ਨਾ। ਦੂਜੇ ਪੁਲ ਕਿਸ ਨੂੰ ਕਿਸੇ ਨਾਲ ਮਿਲਾਉਂਦੇ ਹਨ, ਪਰ ਇਹ ਪੁਲ ਕਿਸੇ ਨੂੰ ਕਿਸੇ ਨਾਲ ਨਹੀਂ ਮਿਲਾਉਂਦਾ। ਨਾ ਕਿਸੇ ਸੜਕ ਨੂੰ, ਨਾ ਕਿਸੇ ਸੜਕ ਨਾਲ ਕਿਸੇ ਇਨਸਾਨ ਨੂੰ। ਕਿਸੇ ਇਨਸਾਨ ਨਾਲ ਛੁਕ ਛੁਕ ਕਰਦੀ ਮਾਲ ਗੱਡੀ ਅੱਗੇ ਵੱਧਦੀ ਆ ਰਹੀ ਸੀ। ਹੁਣ ਤੋਂ ਇੰਨੀ ਕਰੀਬ ਆ ਗਈ ਸੀ ਕਿ ਉਹਦਾ ਸਿਆਹ ਇੰਜਣ ਕਿਸੇ ਦੈਂਤ ਵਾਂਗ ਜਾਪਣ ਲੱਗ ਪਿਆ। ਦੂਜੀ ਪਾਲੋ ਮਾਲ ਗੱਡੀ ਰੌਲਾ ਪਾਉਂਦੀ ਪੁਲ ਦੇ ਥੱਲਿਓਂ ਗੁਜ਼ਰ ਰਹੀ ਸੀ। ਪੁਰਾਣਾ ਪੁਲ ਜ਼ੋਰ-ਜ਼ੋਰ ਨਾਲ ਹਿੱਲਣ ਲੱਗਿਆ ਤੇ ਉਹਦੀ ਹਰ ਚੂਲ ਖੜਕਣ ਲੱਗੀ। ਇੱਕਦਮ ਪੁਲ ਇੰਨੇ ਜ਼ੋਰ ਨਾਲ ਹਿੱਲਿਆ ਕਿ ਲਾਚੀ ਚੀਕ ਮਾਰ ਕੇ ਗੁਲ ਨੂੰ ਲਿਪਟ ਗਈ। ਕੁਝ ਪਲਾਂ 'ਚ ਹੀ ਗੱਡੀ ਗੁਜ਼ਰ ਗਈ। ਪੁਲ ਫੇਰ ਚੁੱਪ ਹੋ ਗਿਆ। ਲਾਚੀ ਗੁਲ ਤੋਂ ਵੱਖ ਹੋ ਗਈ, ਪਰ ਗੁਲ ਦਾ ਹੱਥ ਹੌਲੀ-ਹੌਲੀ ਸਰਕਦਿਆਂ ਲਾਚੀ ਦੇ ਹੱਥ ਤੋਂ ਵੱਖ ਹੋਇਆ। ਗੁਲ ਨੇ ਮੁਸਕਰਾ ਕੇ ਕਿਹਾ, ਮੇਰਾ ਅੰਦਾਜ਼ਾ ਗਲਤ ਨਹੀਂ ਸੀ ਕਿ ਤੂੰ ਔਰਤ ਹੈ। ਲਾਚੀ ਨੇ ਬੜੀ ਗਰਮੀ ਨਾਲ ਗੁਲ ਵੱਲ ਵੇਖਿਆ ਤੇ ਬੋਲੀ, ਹੁਣ ਇਹ ਤੋਂ ਬਾਅਦ ਤੂੰ ਕਹਿ ਦੇ ਕਿ ਮੈਂ ਬਹੁਤ ਖੂਬਸੂਰਤ ਹਾਂ। ਮੈਂ ਤੇਰੇ ਤੇ ਮਰਦਾ, ਤੇਰੇ ਤੋਂ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ। ਇਸ ਜ਼ਿੰਦਗੀ ਵਿੱਚ ਰੱਖਿਆ ਹੀ ਕੀ ਹੈ ਤੇਰੇ ਤੋਂ ਬਿਨਾਂ? ਖੁਦਾ ਦੇ ਵਾਸਤੇ ਉਹ ਸਭ ਗੱਲਾਂ ਫੌਰਨ ਕਹਿ ਦੇ ਜਿਨ੍ਹਾਂ ਨੂੰ ਸੁਣਾਉਣ ਲਈ ਤੂੰ ਮੈਨੂੰ ਇਸ ਪੁਲ ਤੇ ਲੈ ਕੇ ਆਇਆ। ਗੁਲ ਚੁੱਪ ਰਿਹਾ। ਉਹਦੀਆਂ ਵੱਡੀਆਂ-ਵੱਡੀਆਂ ਅੱਖਾਂ 'ਚ ਅੱਥਰੂ ਉੱਭਰ ਆਏ, ਪਰ ਹਿੰਮਤ ਕਰਕੇ ਉਹਨਾਂ ਨੂੰ ਪੀ ਗਿਆ। ਉਹਨੇ ਇੱਕ ਅੱਥਰੂ ਵੀ ਥੱਲੇ ਨਹੀਂ ਡਿੱਗਣ ਦਿੱਤਾ। ਫਿਰ ਉਹ ਹੌਲੀ ਜਿਹੀ ਬੋਲਿਆ, ਮੈਂ ਤੈਨੂੰ ਇਹ ਪੁਲ ਦਿਖਾਉਣ ਲੈ ਆਇਆ ਸੀ। ਇਹ ਪੁਲ ਜੇ ਕਿਤੇ ਨਹੀਂ ਜਾਂਦਾ ਮੇਰੀਆਂ ਉਮੀਦਾਂ ਵਾਂਗ। ਪੜ੍ਹਿਆ ਲਿਖਿਆ ਹੈ ਨਾ, ਇਸੇ ਲਈ ਗੱਲ ਨੂੰ ਘੁਮਾ ਫਿਰਾ ਕੇ ਕਹੇਂਗਾ, ਪਰ ਮਤਲਬ ਉਹੀ ਹੈ। ਦੂਜਿਆਂ ਵਾਂਗ ਤੂੰ ਵੀ ਮੇਰੀ ਇੱਜ਼ਤ ਲੈਣਾ ਚਾਹੁੰਦਾ। ਅਖੀਰ ਕਿਉਂ ਨਾ ਲਵੇਂ, ਮੈਂ ਇੱਕ ਖਾਨਾ ਬਦੋਸ਼ ਕੁੜੀ ਹਾਂ। ਗੁਲ ਨੇ ਦੰਦਾਂ ਥੱਲੇ ਆਪਣਾ ਹੇਠਲਾ ਬੁੱਲ ਰੱਖ ਲਿਆ, ਪਰ ਬੋਲਿਆ ਕੁਝ ਵੀ ਨਹੀਂ। ਸਿਰਫ ਉਹਦੇ ਵੱਲ ਦੇਖਦਾ ਰਿਹਾ। ਉਹ ਬੋਲੀ, ਚੱਲ ਹੁਣ ਇਸ਼ਕ ਹੋ ਚੁੱਕਿਆ, ਮੈਨੂੰ ਤੰਬੂ ਤੱਕ ਛੱਡ ਆ। ਹਾਂ, ਪਰ ਤੂੰ ਇਹ ਤਾਂ ਦੱਸਿਆ ਨਹੀਂ ਕਿ ਮੈਨੂੰ ਇਸ਼ਕ ਕਰਨ ਦੇ ਕਿੰਨੇ ਪੈਸੇ ਦੇਵੇਂਗਾ। ਗੁਲ ਤੇਜ਼ੀ ਨਾਲ ਘੁੰਮਿਆ। ਉਹਦਾ ਹੱਥ ਲਾਚੀ ਨੂੰ ਮਾਰਨ ਲਈ ਉੱਠ ਗਿਆ ਸੀ, ਪਰ ਦੂਜੇ ਹੀ ਪਲ ਉਹਨੇ ਆਪਣੇ ਆਪ ਤੇ ਕਾਬੂ ਪਾ ਲਿਆ ਸੀ ਤੇ ਲਾਚੀ ਵੱਲ ਪਿੱਠ ਕਰਕੇ ਤੇਜ਼ੀ ਨਾਲ ਪੁਰਾਣੇ ਪੁਲ ਦੀਆਂ ਪੌੜੀਆਂ ਉਤਰ ਕੇ ਚਲਾ ਗਿਆ। ਉਹ ਤੇਜ਼ੀ ਨਾਲ ਰੇਲਵੇ ਦੀਆਂ ਪਟੜੀਆਂ ਫਲਾਂਘਦਾ ਹੋਇਆ ਆਪਣੇ ਘਰ ਨੂੰ ਜਾ ਰਿਹਾ ਸੀ। ਲਾਚੀ ਉੱਥੇ ਹੀ ਪੁਲ ਤੇ ਖੜੀ ਉਹਨੂੰ ਦੇਖਦੀ ਰਹੀ ਤੇ ਦੇਰ ਤੱਕ ਹੱਸਦੀ ਰਹੀ। ਜਦੋਂ ਉਹਦੀ ਨਜ਼ਰ ਤੋਂ ਗਾਇਬ ਹੋ ਗਿਆ ਤਾਂ ਹੌਲੀ-ਹੌਲੀ ਉਸ ਪੁਲ ਤੋਂ ਹੇਠਾਂ ਉਤਰੀ, ਆਪਣੀ ਕਮਰ ਨੂੰ ਨੱਚਣ ਵਾਲੇ ਅੰਦਾਜ਼ 'ਚ ਮੁਟਕਾਉਂਦੀ ਹੋਈ ਆਪਣੇ ਤੰਬੂ ਵੱਲ ਚਲੀ ਗਈ। ਦੂਜੇ ਦਿਨ ਲਾਚੀ ਨੇ ਰੋਸ਼ੀ ਨਾਲ ਮਸ਼ਵਰਾ ਕੀਤਾ। ਰੋਸ਼ੀ ਦੀ ਉਮਰ 30 ਸਾਲ ਤੋਂ ਉੱਪਰ ਹੋ ਗਈ ਸੀ। ਉਹਦਾ ਹੁਸਨ ਬੁਝਦਾ ਜਾ ਰਿਹਾ ਸੀ, ਜਿਹਨੂੰ ਉਹ ਸੁਰਖੀ ਗਾਜਰੇ ਨਾਲ ਰੋਜ਼ ਬੁਲਾਉਂਦੀ ਸੀ।
ਰੋਜ਼ੀ ਖਾਨਾਬਦੋਸ਼ ਕੁੜੀਆਂ ਵਿੱਚੋਂ ਸਭ ਤੋਂ ਜ਼ਿਆਦਾ ਤੇਜ਼ ਤਰਾਰ ਸੀ ਤੇ ਤਜਰਬੇਕਾਰ ਵੀ ਸੀ। ਉਹਦੇ ਗਾਹਕ ਸਭ ਤੋਂ ਵੱਧ ਕੀਮਤੀ ਹੁੰਦੇ ਸਨ। ਉਹਦਾ ਪਤੀ ਜਮੂਰਾ ਦਿਨ ਰਾਤ ਸ਼ਰਾਬ ਪੀਂਦਾ ਸੀ ਤੇ ਰੋਸ਼ੀ ਦੀ ਕਮਾਈ ਦਾ ਬਹੁਤ ਹਿੱਸਾ ਸ਼ਰਾਬ ਤੇ ਜੂਏ 'ਚ ਖਰਚ ਕਰਦਾ ਸੀ। ਮਹੀਨੇ 'ਚ 2-4 ਵਾਰ ਰੋਸ਼ੀ ਨੂੰ ਕੁੱਟ ਵੀ ਦਿਆ ਕਰਦਾ ਸੀ। ਰੋਸ਼ੀ ਚੁੱਪਚਾਪ ਉਹਦੀ ਮਾਰ ਸਹਿ ਲਿਆ ਕਰਦੀ ਸੀ। ਉਹਦਾ ਮੰਨਣਾ ਸੀ ਕਿ ਇਸ ਦੁਨੀਆ ਤੇ ਪਤੀ ਨੂੰ ਆਪਣੀ ਪਤਨੀ ਨੂੰ ਕੁੱਟਣ ਦਾ ਹੱਕ ਹੈ। ਕੁੱਟ ਖਾਂਦੀ ਖਾਂਦੀ ਉਹ ਇਸ ਵਰਤਾਰੇ ਨੂੰ ਪਸੰਦ ਵੀ ਕਰਨ ਲੱਗੀ ਸੀ। ਇੱਥੋਂ ਤੱਕ ਕਿ ਜੇਕਰ ਜ਼ਿਆਦਾ ਦਿਨ ਹੋ ਜਾਂਦੇ ਤਾਂ ਰੋਸ਼ੀ ਦੀ ਪਿੱਠ ਤੇ ਕੁੱਟ ਖਾਣ ਲਈ ਖਾਜ ਹੋਣ ਲੱਗਦੀ ਸੀ ਤੇ ਉਹ ਕਿਸੇ ਨਾ ਕਿਸੇ ਬਹਾਨੇ ਆਪਣੇ ਪਤੀ ਨਾਲ ਉਲਝ ਪੈਂਦੀ ਸੀ ਤੇ ਫਿਰ ਕੁੱਟ ਖਾ ਕੇ ਆਪਣੇ ਪਤੀ ਦੇ ਪੈਰ ਕੁੱਟਣ ਲੱਗਦੀ ਸੀ। ਉਹਨੂੰ ਆਪਣੇ ਪਤੀ ਨਾਲ ਪਿਆਰ ਸੀ। ਪਿਆਰ ਤਾਂ ਉਹਨੂੰ ਆਪਣੇ ਗਾਹਕਾਂ ਨਾਲ ਵੀ ਹੋ ਜਾਂਦਾ ਸੀ, ਪਰ ਇਹ ਪਿਆਰ ਤਾਂ ਸਿਰਫ ਘੜੀ 2 ਘੜੀ ਦਾ ਹੀ ਹੁੰਦਾ ਸੀ। ਪਰ ਪਤੀ ਤਾਂ ਸਿਰਫ ਪਤੀ ਹੈ ਤੇ ਗਾਹਕ ਸਿਰਫ ਗਾਹਕ। ਦੁਕਾਨ ਤੋਂ ਸੌਦਾ ਤਾਂ ਹਰ ਕੋਈ ਖਰੀਦ ਲੈਂਦਾ ਹੈ, ਪਰ ਦੁਕਾਨ ਦਾ ਮਾਲਕ ਤਾਂ ਸਿਰਫ ਇੱਕ ਹੁੰਦਾ ਹੈ। ਰੋਸ਼ੀ ਬਹੁਤ ਸਮਝਦਾਰ ਵੀ ਸੀ। ਉਹਨੂੰ ਜ਼ਿੰਦਗੀ ਜਿਉਣ ਦੀ ਜਾਚ ਸੀ। ਦਰਅਸਲ ਇਹ ਦੁਨੀਆ ਇਹੋ ਜਿਹੀਆਂ ਸਮਝਦਾਰ ਔਰਤਾਂ ਤੇ ਮਰਦਾਂ ਕਰਕੇ ਹੀ ਕਾਇਮ ਹੈ, ਨਹੀਂ ਤਾਂ ਕਦੋਂ ਦੀ ਖਤਮ ਹੋ ਗਈ ਹੁੰਦੀ। ਇਸ ਲਈ ਰੋਸ਼ੀ ਨਾਲ ਮਸ਼ਵਰਾ ਕਰਨਾ ਲਾਚੀ ਨੇ ਮੁਨਾਸਿਬ ਸਮਝਿਆ। ਰੋਸ਼ੀ ਨੇ ਗੱਲ ਸੁਣ ਕੇ ਕਿਹਾ, 350 ਰੁਪਏ ਤੇਰੇ ਲਈ ਕੀ ਚੀਜ਼ ਹੈ? ਤੂੰ ਹਾਂ ਕਰ, ਮੈਂ ਤੈਨੂੰ 350 ਵਾਲਾ ਗਾਹਕ ਦਵਾ ਦਿੰਨੀ ਆ। ਪਰ ਮੈਨੂੰ ਗਾਹਕ ਨਹੀਂ ਚਾਹੀਦਾ। ਪਰ ਗਾਹਕ ਤੋਂ ਬਿਨਾਂ 350 ਕਿੱਥੋਂ ਆਉਣਗੇ? ਰੋਸ਼ੀ ਹੈਰਾਨ ਹੋ ਕੇ ਬੋਲੀ, ਤੂੰ ਰੁਪਈਏ ਵੀ ਚਾਹੁੰਦੀ ਏ ਤੇ ਧੰਦਾ ਵੀ ਨਹੀਂ ਕਰਨਾ ਚਾਹੁੰਦੀ। ਅਜਿਹਾ ਕਿਵੇਂ ਚੱਲੂ? ਜੇਕਰ ਇੰਜ ਨਹੀਂ ਚੱਲੇਗਾ ਤਾਂ ਮੈਨੂੰ ਵੀ ਰੁਪਈਏ ਨਹੀਂ ਚਾਹੀਦੇ। ਲਾਚੀ ਇੱਕਦਮ ਗੁੱਸੇ ਜਿਹੀ ਹੋ ਕੇ ਰੋਸ਼ੀ ਕੋਲੋਂ ਆ ਗਈ। ਲਾਚੀ ਨੂੰ ਜਾਂਦਿਆਂ ਵੇਖ ਰੋਸ਼ੀ ਕੁਝ ਸੋਚਣ ਲੱਗੀ ਤੇ ਹੱਸ ਪਈ। ਕਿਹੋ ਜਿਹੀ ਪਾਗਲ ਕੁੜੀ ਏ, ਇਹਨੂੰ ਕਦੇ ਅਕਲ ਨਹੀਂ ਆਏਗੀ। ਇਸ ਤੋਂ ਬਾਅਦ ਉਹ ਆਪਣੀਆਂ ਐਨਕਾਂ ਦੇ ਢੇਰ ਨੂੰ ਉਲਟ ਪੁਲਟ ਕੇ ਵੇਖਣ ਲੱਗੀ। ਇੱਕ ਬਾਬੂ ਉਹਦੇ ਸਿਰ ਉੱਪਰ ਆ ਕੇ ਖੜਾ ਹੋ ਗਿਆ। ਰੋਸ਼ੀ ਨੇ ਨਿਗਾਹ ਉੱਪਰ ਵੱਲ ਮਾਰੀ ਤੇ ਹੱਸ ਪਈ। ਬਾਬੂ, ਐਨਕ ਚਾਹੀਦੀ ਏ? ਬਾਬੂ ਬੋਲਿਆ, ਐਨਕ ਤਾਂ ਮੇਰੀਆਂ ਅੱਖਾਂ ਤੇ ਮੌਜੂਦ ਹੈ। ਫਿਰ ਕੀ ਕਰਨਾ ਚਾਹੀਦਾ? ਛੱਲਾ, ਅੰਗੂਠੀ, ਮਣਕੇ, ਨਗੀਨੇ, ਜੋ ਲੈਣਾ ਲੈ ਜਾ। ਰੋਸ਼ੀ ਹੱਸ ਕੇ ਬੋਲੀ, ਮੈਨੂੰ ਇੱਕ ਮੋਤੀ ਚਾਹੀਦਾ ਹੈ। ਬਾਬੂ ਨੇ ਉਸ ਵੱਲ ਅੱਖ ਮਾਰ ਕੇ ਕਿਹਾ। ਧੰਨਵਾਦ।